ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਂਤ ਵਲਾਇਤ ਵਲੀ ਅਹਲ ਆਰਫ ਕਮਾਲ, ਜਿਨੋ ਕੇ ਮਿਲੇ ਰੱਬ ਪਾਇਹ ਜਮਾਲ। ਆਰਫ ਫਕਰ ਰੱਬ ਕੀ ਪਾਕ ਜਾਤ, ਜਿਨੋ ਕੀ ਮਿਹਰ ਸੰਗ ਹੋਇਹ ਨਜਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ। ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਸੋਦਰ ਰਾਜ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ 'ਚ ਜੋੜੀਏ। ਸਤਿਗੁਰਾਂ ਦੀ ਕਥਾ ਦਾ ਆਨੰਦ ਮਾਣੀਏ। ਜਦੋਂ ਔਰੰਗਜ਼ੇਬ ਤੋਂ ਹਾਰ ਕੇ ਦਾਰਾ ਸ਼ਿਕੋ ਗੜਵਾਲ ਟੀਰੀ ਸ੍ਰੀਨਗਰ ਵਿਖੇ ਜਾ ਠਹਿਰਿਆ ਤੇ ਉੱਥੋਂ ਪਹਾੜੋਂ ਪਹਾੜੀ ਹੁੰਦਾ ਹੋਇਆ ਸ੍ਰੀ ਕੀਰਤਪੁਰ ਸਾਹਿਬ ਆ ਕੇ ਗੁਰੂ ਜੀ ਨੂੰ ਮਿਲਿਆ। ਉਹ ਪ੍ਰਸੰਗ ਚੱਲ ਰਿਹਾ ਹੈ। ਪ੍ਰਸੰਗ ਬਸ ਕਵੀ ਜੀ ਦੱਸ ਰਹੇ ਨੇ ਕਿ ਦਾਰਾ ਸ਼ਿਕੋ ਨੂੰ ਗੁਰੂ ਘਰ ਦੀ ਮਹਿਮਾ ਦਾ ਪਹਿਲਾਂ ਪਤਾ ਲੱਗ ਚੁੱਕਾ ਸੀ। ਸਾਈਂ ਮੀਆਂ ਮੀਰ ਜੀ ਕੋਲੋਂ ਗੁਰੂ ਘਰ ਦੀ ਮਹਿਮਾ ਸੁਣੀ ਸੀ ਤੇ ਮਹਿਮਾ ਸੁਣ ਕੇ ਗੁਰੂ ਸਾਹਿਬ ਦੇ ਵੱਲ ਇੱਕ ਚਿੱਠੀ ਵੀ ਲਿਖੀ ਸੀ। ਸ਼ੌਂਕਨਾਮਾ ਆਪਣੇ ਮਨ ਦਾ ਜੋ ਵਲਵਲਾ ਸੀ ਉਸਨੇ ਲਿਖ ਕੇ ਭੇਜਿਆ ਸੀ ਫਾਰਸੀ ਭਾਸ਼ਾ ਵਿੱਚ। ਕਵੀਰਾਜ ਭਾਈ ਸੰਤੋਖ ਸਿੰਘ ਜੀ ਕਿਉਂਕਿ ਇੱਕ ਬੜੇ ਮਹਾਨ ਸੁਘੜ ਸਿਆਣੇ ਕਵੀ ਹਨ, ਹਰ ਇੱਕ ਗੱਲ ਨੂੰ ਜੋ ਵਾਕਿਆ ਵਾਪਰਿਆ ਹੈ ਇਨ ਬਿਨ ਬਿਆਨ ਕਰਨ ਦੀ ਸਮਰੱਥਾ ਰੱਖਦੇ ਹਨ। ਕਵੀ ਜੀ ਲਿਖ ਰਹੇ ਨੇ ਉਹ ਸ਼ੌਂਕਨਾਮੇ ਦੇ ਉਹ ਲਫ਼ਜ਼, ਉਹ ਅਲਫਾਜ਼ ਜਿਹੜੇ ਦਾਰਾ ਸ਼ਿਕੋ ਨੇ ਬੜੇ ਭਾਵਪੂਰਤ ਸ਼ਬਦਾਂ ਵਿੱਚ ਮਹਾਰਾਜ ਵੱਲ ਭੇਜੇ ਸਨ ਔਰ ਉਹਦੇ ਵਿੱਚ ਫਾਰਸੀ ਭਾਸ਼ਾ ਵਰਤੀ ਗਈ ਸੀ। ਕਵੀ ਜੀ ਨੇ ਵੀ ਫਾਰਸੀ ਦੇ ਹੀ ਲਫ਼ਜ਼ ਵਰਤੇ ਹਨ ਜੋ ਉਹ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਕਹਿ ਰਿਹਾ ਹੈ। ਤੇ ਅੱਗੋਂ ਗੁਰੂ ਸਾਹਿਬ ਨੇ ਫਾਰਸੀ ਭਾਸ਼ਾ ਵਿੱਚ ਹੀ ਉਹਦਾ ਜਵਾਬ ਲਿਖਿਆ ਸੀ। ਉਹ ਵੀ ਦੋਵੇਂ ਚਿੱਠੀਆਂ, ਦਾਰਾ ਸ਼ਿਕੋ ਦੀ ਚਿੱਠੀ ਅਤੇ ਗੁਰੂ ਸਾਹਿਬ ਜੀ ਵੱਲੋਂ ਚਿੱਠੀ ਦਾ ਉੱਤਰ, ਅੱਜ ਕਵੀਰਾਜ ਭਾਈ ਸੰਤੋਖ ਸਿੰਘ ਜੀ ਦੀ ਕਲਮ ਤੋਂ ਆਪਾਂ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਲਾਇਤ ਵਲੀ ਅਹਲ ਅਰਫ ਕਮਾਲ। ਉਸ ਦਾਰਾ ਸ਼ਿਕੋ ਨੇ ਲਿਖਿਆ ਵਲਾਇਤ ਵਲੀ, ਮੁਲਕਾਂ ਦੇ ਮਾਲਕ, ਦੇਸ਼ਾਂ ਦੇ ਮਾਲਕ, ਤੇ ਆਰਫ ਗਿਆਨਵਾਨ, ਜਿਸ ਨੂੰ ਆਤਮਾ ਦਾ ਗਿਆਨ ਹੋਵੇ ਉਸ ਨੂੰ ਆਰਫ ਕਹਿੰਦੇ ਹਨ। ਤੇ ਕਾਮਲ ਕਮਾਲ, ਕਰਾਮਾਤਾਂ ਵਿੱਚ ਪੂਰੇ ਮਹਾਂਪੁਰਸ਼ ਹੋ ਆਪ ਜੀ, ਜਿਨੋ ਕੇ ਮਿਲੇ ਰੱਬ ਪਾਇਹ ਜਮਾਲ। ਉਹਨਾਂ ਰੱਬੀ ਬੰਦਿਆਂ ਨੂੰ ਮਿਲ ਕੇ ਰੱਬ ਦਾ ਜਮਾਲ ਪ੍ਰਾਪਤ ਹੁੰਦਾ ਹੈ। ਪਰਮਾਤਮਾ ਦੇ ਦਰਸ਼ਨ ਹੁੰਦੇ ਹਨ, ਜਿਨ੍ਹਾਂ ਦੇ ਦਰਸ਼ਨ ਕਰਕੇ ਰੱਬ ਦੇ ਦਰਸ਼ਨ ਹੁੰਦੇ ਹਨ। ਆਰਫ ਫਕਰ ਰੱਬ ਕੀ ਪਾਕ ਜਾਤ, ਜਿਹੜੇ ਗਿਆਨਵਾਨ ਮਹਾਤਮਾ ਮਹਾਂਪੁਰਸ਼ ਫਕਰ ਹੁੰਦੇ ਹਨ ਉਹ ਰੱਬ ਦੀ ਪਵਿੱਤਰ ਜਾਤ ਹੁੰਦੇ ਹਨ। ਰੱਬ ਦੀ ਜਾਤ ਰੱਬ ਦੇ ਫਕੀਰ ਹੁੰਦੇ ਹਨ। ਰੱਬ ਦੇ ਦਰਸ਼ਨ ਹੋਰ ਕਿਤੋਂ ਨਹੀਂ ਹੁੰਦੇ, ਰੱਬ ਦੇ ਦਰਸ਼ਨ ਰੱਬ ਦੇ ਬੰਦਿਆਂ ਵਿੱਚੋਂ ਹੀ ਹੁੰਦੇ ਹਨ। ਜਿਨੋ ਕੀ ਮਿਹਰ ਸੰਗ ਹੋਇਆ ਨਜਾਤ, ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ ਮੁਕਤੀ ਹੁੰਦੀ ਹੈ, ਕਿਉਂਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਿਤੋਂ ਵੀ ਬਿਨਾਂ ਸੰਤਾਂ ਦੇ ਮਹਾਂਪੁਰਸ਼ਾਂ ਦੇ ਨਹੀਂ ਹੁੰਦੀ। ਜੇ ਕੋਈ ਆਪਣੇ ਆਪ ਕਵੇ, ਮਹਾਰਾਜ ਦਾ ਬਚਨ ਹੈ 12ਵਾਂ ਦੇ ਵਿੱਚ, ਆਪਣ ਦੀਆ ਜੇ ਮਿਲੈ ਵਿਛੜ ਕਿਉਂ ਰੋਵਨ। ਜੇ ਆਪਣੇ ਯਤਨਾਂ ਨਾਲ ਰੱਬ ਮਿਲ ਜਾਂਦਾ ਤੇ ਲੋਕ ਵਿਛੜ ਕੇ ਰੋਂਦੇ ਕਿਉਂ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਣਨ। ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕੇਵਲ ਸਾਧੂਆਂ ਮਹਾਂਪੁਰਸ਼ਾਂ ਦੀ ਸੰਗਤ ਵਿੱਚੋਂ ਹੀ ਹੁੰਦੀ ਹੈ। ਸੋ ਰੱਬ ਦੀ ਪਵਿੱਤਰ ਜਾਤ ਹੁੰਦੇ ਹਨ ਫਕੀਰ ਲੋਕ। ਕਾਦਰ ਪਿਖਨ ਇੱਕ ਸ਼ਕਲ ਧਰਮੀਆ। ਹਾਂ, ਕਹਿੰਦੇ ਮੇਰੇ ਮਨ ਵਿੱਚ
ਇੱਕ ਉਸ ਖੁਦਾ ਦੇ ਦਰਸ਼ਨ ਦੀਦਾਰ ਦੀ ਹੀ ਇੱਛਾ ਹੈ। ਜਿਨੋ ਭਾਵੇਂ ਹਰ ਤੁਮ ਤਿਨੋ ਇਹੋ ਲਿਆ, ਜਿਨ੍ਹਾਂ ਤੇ ਤੁਹਾਡੀ ਗੁਰੂ ਜੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਅੱਲਾਹ ਪਾਕ ਦੇ ਪਵਿੱਤਰ ਦੀਦਾਰ ਦਰਸ਼ਨ ਹੁੰਦੇ ਹਨ। ਮਿਲੋ ਆਪ ਕੇ ਸੰਗ ਅੱਲਾਹ ਕਰਮ। हे ਮਹਾਰਾਜ, ਜੇ ਜ਼ਿੰਦਗੀ 'ਚ ਅੱਲਾਹ ਨੇ ਮਿਹਰ ਕੀਤੀ, ਖੁਦਾ ਨੇ ਰਹਿਮਤ ਕੀਤੀ, ਤੇ ਮੈਂ ਆਪ ਜੀ ਨੂੰ ਆ ਕੇ ਕੀਰਤਪੁਰ ਸਾਹਿਬ ਮਿਲਾਂਗਾ। ਹਾਸਲ ਮੁਰਾਦਾ ਮਿਟਾਵੋ ਭਰਮ। ਉਦੋਂ ਮੇਰੇ ਮਨ ਦੀਆਂ ਮੁਰਾਦਾਂ ਪ੍ਰਾਪਤ ਹੋਣਗੀਆਂ ਮੈਨੂੰ, ਔਰ ਮੇਰੇ ਮਨ ਦਾ ਭਰਮ ਭੁਲੇਖਾ, ਜਿਹੜੇ ਮਨ ਦੇ ਸੰਸੇ ਹਨ, ਜਿਹੜੀਆਂ ਭ੍ਰਾਂਤੀਆਂ ਪਈਆਂ ਹੋਈਆਂ ਨੇ, ਉਹ ਸਾਰੀਆਂ ਦੂਰ ਹੋ ਜਾਣਗੀਆਂ। ਮਿਲਨ ਸ਼ੌਕ ਮੋਕੋ ਬੇਲੋ ਕੋ ਦਰਸ। ਮੈਨੂੰ ਆਪ ਜੀ ਦੇ ਦਰਸ਼ਨਾਂ ਦਾ ਸ਼ੌਂਕ ਹੈ, ਮਿਲਣ ਦੀ ਇੱਛਾ ਹੈ। ਲਗੋ ਆਨ ਕਦਮਨ ਹੋਵੇ ਦਿਲ ਹਰਸ਼। ਜਦੋਂ ਭਾਗਾਂ ਵਾਲੀ ਕੋਈ ਘੜੀ ਆਵੇਗੀ, ਮੈਂ ਆ ਕੇ ਤੁਹਾਡੇ ਚਰਨ ਚੁੰਮਾਂਗਾ ਤੇ ਮਨ ਨੂੰ ਖੁਸ਼ੀ ਪ੍ਰਾਪਤ ਹੋਵੇਗੀ ਗੁਰੂ ਜੀ। ਨਾ ਅਵਸਰ ਮਿਲੇ ਪਾਤਸ਼ਾਹਤ ਜੰਜਾਲ। ਪਰ ਗੁਰੂ ਜੀ, ਇਹ ਜਿਹੜੇ ਬਾਦਸ਼ਾਹੀਆਂ ਦੇ ਜੰਜਾਲ ਨੇ, ਦਿੱਲੀ, ਆਗਰਾ, ਹਿੰਦੁਸਤਾਨ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ, ਇਹਨਾਂ 'ਚ ਮੌਕਾ ਟਾਈਮ ਨਹੀਂ ਮਿਲਦਾ। ਅਸੀਂ ਬਾਦਸ਼ਾਹ ਲੋਕ ਇੰਨੇ ਜ਼ਿਆਦਾ ਵਿਅਸਤ ਹਾਂ, ਇੰਨੇ ਬਿਜੀ ਹਾਂ ਵੀ ਸਾਨੂੰ ਆਪਣੀ ਜ਼ਿੰਦਗੀ ਵਾਸਤੇ ਨਿੱਜੀ ਤੌਰ ਤੇ ਟਾਈਮ ਕੱਢਣਾ ਬੜਾ ਔਖਾ ਹੈ। ਸੋ ਮਾਹੀ ਮਨਿੰਦੇ ਫਸੇ ਮਿਆਨ ਜਾਲ। ਅਸੀਂ ਤਾਂ ਜਿਵੇਂ ਮੱਛੀ ਜਾਲ 'ਚ ਫਸੀ ਹੁੰਦੀ ਹੈ, ਇੱਦਾਂ ਗੁਰੂ ਜੀ ਕੰਮਾਂ ਕਾਰਾਂ ਵਿੱਚ, ਸਰਕਾਰੀ ਧੰਦਿਆਂ ਵਿੱਚ, ਰਾਜਨੀਤੀ 'ਚ ਫਸੇ ਹੋਏ ਹਾਂ ਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਕੱਢ ਸਕਦੇ। ਮੁਰਸ਼ਦ ਮੀਆਂ ਮੀਰ ਮੋਹੂ ਕਹਾ। ਮੇਰੇ ਮੁਰਸ਼ਦ ਸਾਈਂ ਮੀਆਂ ਮੀਰ ਜੀ ਨੇ ਮੈਨੂੰ ਤੁਹਾਡੀ ਹਸਤੀ ਦੀ, ਤੁਹਾਡੇ ਵਿਅਕਤੀਤਵ ਦੀ ਜਾਣਕਾਰੀ ਦਿੱਤੀ ਹੈ, ਤੁਹਾਡਾ ਮਹਾਨ ਮੁਰਾਤਬਾ ਸਮਝਾਇਆ ਹੈ ਮੈਨੂੰ। ਸ਼ੁਨੀਦਮ ਸਿਫਤ ਬੜ ਸੋ ਦੀਦਨ ਚਾਹਾ। ਆਪ ਜੀ ਦੀ ਮਹਿਮਾ ਸੁਨੀਦਮ ਮੈਂ ਸੁਣੀ ਹੈ ਤੇ ਦੀਦਨ ਚਾਹ, ਤੁਹਾਡੇ ਦਰਸ਼ਨ ਕਰਨ ਦੀ ਚਾਹਨਾ ਪੈਦਾ ਹੋ ਗਈ। ਤੁਹਾਡੇ ਬਾਰੇ ਸੁਣ ਕੇ ਪਹਿਲਾਂ ਸਾਧ ਸੰਗਤ ਜੀ ਸੁਣਿਆ ਜਾਂਦਾ ਹੈ ਤੇ ਫੇਰ ਹੀ ਕੋਈ ਇੱਛਾ ਪੈਦਾ ਹੁੰਦੀ ਹੈ। ਜੇ ਅਸੀਂ ਕਿਸੇ ਵਿਅਕਤੀ ਬਾਰੇ ਸੁਣਿਆ ਹੀ ਨਹੀਂ, ਉਹਨੂੰ ਮਿਲਣ ਦੀ ਕੀ ਇੱਛਾ ਹੋਵੇਗੀ? ਜਦੋਂ ਇੱਛਾ ਉਦੋਂ ਹੀ ਜਾਗਦੀ ਹੈ ਜਦੋਂ ਅਸੀਂ ਕਿਸੇ ਬਾਰੇ ਸੁਣਦੇ ਹਾਂ ਵੀ ਉਹ ਬਹੁਤ ਚੰਗਾ ਹੈ, ਉਹ ਇਸ ਤਰ੍ਹਾਂ ਦਾ ਹੈ, ਉਹ ਗੁਣਵਾਨ ਹੈ, ਉਹ ਵਿਦਵਾਨ ਹੈ, ਉਹ ਕਰਨੀ ਵਾਲਾ ਹੈ, ਕੋਈ ਬੰਦਗੀ ਵਾਲਾ ਹੈ। ਜਿਹੜਾ ਉਹਦਾ ਕੋਈ ਗੁਣ ਸਾਨੂੰ ਚੰਗਾ ਲੱਗਦਾ ਹੈ, ਸੁਣਦੇ ਹਾਂ, ਫਿਰ ਅਸੀਂ ਉਸ ਨੂੰ ਮਿਲਦੇ ਹਾਂ। ਮਹਾਰਾਜ, ਮੈਂ ਤੁਹਾਡੀਆਂ ਬੜੀਆਂ ਸਿਫਤਾਂ ਸਾਈਂ ਮੀਆਂ ਮੀਰ ਜੀ ਦੇ ਮੂੰਹ ਤੋਂ ਸੁਣੀਆਂ ਨੇ ਤੇ ਮੇਰੇ ਮਨ ਵਿੱਚ ਆਪ ਜੀ ਦੇ ਮਿਲਣ ਦੀ ਚਾਹਨਾ ਬਹੁਤ ਜ਼ਿਆਦਾ ਪ੍ਰਬਲ ਹੋ ਰਹੀ ਹੈ। ਸ਼ਬੋ ਰੋਜ਼ ਦੀਦਾਰ ਕੋ ਸ਼ੌਕ ਹੈ। ਸ਼ਬੋ ਰੋਜ਼ ਦੀਦਾਰ ਕੋ ਸ਼ੌਕ ਹੈ। ਸ਼ਬੋ ਕਹਿੰਦੇ ਰਾਤ ਨੂੰ, ਰੋਜ਼ ਕਹਿੰਦੇ ਦਿਨ ਨੂੰ। ਦਿਨ ਰਾਤ ਮੇਰੇ ਮਨ ਦੇ ਵਿੱਚ ਤੁਹਾਡੇ ਦੀਦਾਰ ਦਾ ਸ਼ੌਂਕ ਹੈ ਗੁਰੂ ਜੀ। ਜੋ ਤਾਲਬ ਫਕਰ ਕਾ ਤੇ ਸੇ ਜੌਕ ਹੈ। ਜਿਹੜਾ ਉਸ ਖੁਦਾ ਦਾ ਜਾਣਕਾਰ ਹੈ, ਜਿਸ ਨੂੰ ਫਕਰਾਂ ਦੀ ਸੰਗਤ ਪ੍ਰਾਪਤ ਹੋਈ ਹੈ, ਉਹਨੂੰ ਇਹ ਸਵਾਦ ਦਾ ਪਤਾ ਹੈ। ਇਹ ਜੋਕ ਜਿਹੜਾ ਹੈ, ਇਹ ਸਵਾਦ ਜਿਹੜਾ ਹੈ, ਇਹ ਜਿਹੜਾ ਜਾਇਕਾ ਹੈ, ਸੰਤਾਂ ਦੀ ਸੰਗਤ ਕਰਨ ਵਾਲਿਆਂ ਨੂੰ ਹੀ ਪਤਾ ਹੈ ਵੀ ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਕੋਲ ਕੀ ਕੁਝ ਹੁੰਦਾ। ਜਿਨ੍ਹਾਂ ਨੇ ਕਦੀ ਸੰਤਾਂ ਦੀ ਸੰਗਤ ਕੀਤੀ ਨਹੀਂ, ਜਿਨ੍ਹਾਂ ਨੇ ਕਦੀ ਸੰਤਾਂ ਦੇ ਬਚਨ ਸੁਣੇ ਨਹੀਂ, ਉਹਨਾਂ ਨੂੰ ਕੀ ਪਤਾ ਵੀ ਇਹ ਕੀ ਰਸ ਹੈ। ਮਹਾਰਾਜ, ਮੈਂ ਤੁਹਾਡੀ ਮਹਿਮਾ ਸੁਣ ਕੇ ਤੁਹਾਡੇ ਦਰਸ਼ਨਾਂ ਦਾ ਬਿਲਾਸੀ ਹੋ ਗਿਆ ਹਾਂ। ਮਿਹਰ ਕੀ ਨਜ਼ਰ ਆਪ ਰੱਖੋ ਕਮਾਲ। ਇਹ ਗੁਰੂ ਜੀ, ਮੇਰੇ ਵੱਲ ਸਦਾ ਮਿਹਰ ਦ੍ਰਿਸ਼ਟੀ ਕਰਦੇ ਰਹਿਣਾ। ਕਿਰਪਾ ਦੀ ਨਿਗਾਹ, ਮਿਹਰ ਦੀ ਨਿਗਾਹ ਮੇਰੇ ਵੱਲ ਫੇਰਦੇ ਰਹਿਣਾ। ਕਿ ਖਾਹਿਸ਼ ਭਈ ਮੋਹੇ ਦਰਸ਼ਨ ਜਮਾਲ। ਤੁਹਾਡੀ ਕਿਰਪਾ ਹੋਈ ਹੈ ਕਿ ਮੇਰੇ ਮਨ 'ਚ ਤੁਹਾਡੇ ਦਰਸ਼ਨਾਂ ਦੀ ਖਾਹਿਸ਼ ਹੋਈ ਹੈ। ਸਤ ਗਿਆਨ ਦੀਆਂ ਭੂਮਿਕਾ ਨੇ ਸਾਧ ਸੰਗਤ ਜੀ। ਪਹਿਲੀ ਸੁਭ ਇੱਛਾ ਹੀ ਹੈ। ਸੁਭ ਇੱਛਾ ਸੁ ਵਿਚਾਰਨਾ ਤਨੂ ਮਾਨਸ ਸੋਏ, ਅਸੰਸਕਤ ਪਦਾਰਥ ਭਾਵਨੀ ਤੁਰਿਆ। ਇਹ ਸੱਤ ਅਵਸਥਾ, ਸੱਤ ਭੂਮਿਕਾ ਹਨ ਬ੍ਰਹਮ ਗਿਆਨ ਦੀਆਂ। ਸਭ ਤੋਂ ਉੱਪਰ ਤੁਰਿਆ ਅਵਸਥਾ ਹੈ, ਪਰ ਉੱਥੇ ਪਹੁੰਚਣ ਲਈ ਪਹਿਲਾ ਸਟੈਪ ਪੁੱਟਣਾ ਪੈਂਦਾ ਹੈ। ਸੁਭ ਇੱਛਾ ਹੋਣੀ ਚਾਹੀਦੀ। ਸੁਭ ਇੱਛਾ ਕੀ ਹੈ ਕਿ ਮੈਂ ਕੌਣ ਹਾਂ,
ਤੇ ਮੈਂ ਕਿੱਥੋਂ ਆਇਆ, ਕਿੱਥੇ ਜਾਣਾ, ਤੇ ਮੇਰਾ ਕਲਿਆਣ ਕੀ ਹੋਵੇਗਾ, ਕਿਵੇਂ ਹੋਵੇਗਾ। ਆਪਣੇ ਕਲਿਆਣ ਦੀ, ਆਪਣੀ ਮੁਕਤੀ ਦੀ ਇੱਛਾ, ਪਰਮਾਤਮਾ ਦੇ ਦਰਸ਼ਨਾਂ ਦੀ ਇੱਛਾ, ਪਰਮਾਰਥ ਦੇ ਰਸਤੇ ਤੇ ਤੁਰਨ ਦੀ ਇੱਛਾ, ਇਹ ਪਹਿਲਾ ਸਟੈਪ ਹੈ। ਸੋ ਗੁਰੂ ਜੀ ਤੁਹਾਡੀ ਕਿਰਪਾ ਨਾਲ ਇਹ ਮੈਨੂੰ ਹੋ ਗਿਆ ਹੈ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਚਾਹਨਾ, ਇੱਛਾ ਜਾਗ ਪਈ ਹੈ। ਪਦਰ ਬਾਦਸ਼ਾਹੀ ਦਈ ਬਹੁ ਕਹੀ, ਮੇਰੇ ਪਿਤਾ ਨੇ ਮੈਨੂੰ ਮਜਬੂਰ ਕਰਕੇ, ਬਾਰ-ਬਾਰ ਕਹਿ ਕੇ ਹਿੰਦੁਸਤਾਨ ਦਾ ਵਲੀਅਹਿਦ ਬਣਾ ਦਿੱਤਾ। ਪਾਤਸ਼ਾਹੀ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਪਾ ਦਿੱਤੀ ਹੈ। ਦਿਲੇ ਮੋ ਫਜੀਹਤ ਕੀ ਖਾਹਿਸ਼ ਨਹੀਂ, ਪਰ ਮੈਨੂੰ ਇਸ ਫਜ਼ੀਲਤ ਦੀ, ਮੇਰੇ ਦਿਲ ਵਿੱਚ ਇਹੋ ਜਿਹੀ ਜੰਜਾਲ ਵਿੱਚ ਫਸਣ ਦੀ ਖਾਹਿਸ਼ ਨਹੀਂ ਹੈ। ਮੈਂ ਬਾਦਸ਼ਾਹੀ ਨਹੀਂ ਲੈਣੀ ਚਾਹੁੰਦਾ। ਮੈਂ ਹਿੰਦੁਸਤਾਨ ਦੀ ਰਾਜਨੀਤੀ ਦੇ ਝਮੇਲੇ 'ਚ ਨਹੀਂ ਫਸਣਾ ਚਾਹੁੰਦਾ। ਕੇ ਲਾਚਾਰ ਹੋ ਕਰ ਸੋ ਕੀਨੀ ਕਬੂਲ, ਪਰ ਪਿਓ ਦਾ ਹੁਕਮ ਜਿਹੜਾ ਮੰਨ ਕੇ ਲਾਚਾਰਗੀ, ਬੇਵਸੀ ਹੈ ਮੇਰੀ, ਕਿ ਮੈਂ ਕਬੂਲ ਕਰ ਲਈ ਹਿੰਦੁਸਤਾਨ ਦੀ ਬਾਦਸ਼ਾਹੀ, ਜੋ ਮੈਨੂੰ ਬਿਲਕੁਲ ਪਸੰਦ ਨਹੀਂ, ਉਹ ਮੈਨੂੰ ਮਜਬੂਰੀ ਵਸ ਕਬੂਲ ਕਰਨੀ ਪਈ ਹੈ। ਪਦਰ ਕੋ ਹੁਕਮ ਮੈਂ ਨਾ ਕਰ ਸਕ ਅਦੂਲ, ਆਪਣੇ ਪਿਤਾ ਬਾਦਸ਼ਾਹ ਸ਼ਾਹਜਹਾਨ ਦਾ ਹੁਕਮ ਮੈਂ ਮੋੜ ਨਹੀਂ ਸਕਿਆ। ਕਰੋ ਮਿਹਰ ਸਾਹਿਬ ਮਦਦ ਆਪ ਇਹੋ, ਹੇ ਸਾਹਿਬ ਜੀ, ਹੇ ਸਤਿਗੁਰੂ ਜੀ, ਮੇਰੀ ਇਹ ਮਦਦ ਕਰੋ, ਮੇਰੇ ਤੇ ਇਹ ਕਿਰਪਾ ਕਰੋ ਕਿ ਦੋ ਜਖ ਅਗਨ ਸੇ ਮੁਝੇ ਰੱਖ ਲੈ ਹੋ। ਬਸ ਮੈਂ ਹੋਰ ਕੁਛ ਨਹੀਂ ਮੰਗਦਾ। ਨਾ ਕੋਈ ਦੁਨਿਆਵੀ ਸਵਾਲ ਮੇਰਾ ਹੈ, ਤੇ ਨਾ ਮੈਂ ਤੁਹਾਡੇ ਕੋਲੋਂ ਦੁਨਿਆਵੀ ਚੀਜ਼ ਮੰਗਣੀ ਚਾਹੁੰਦਾ। ਬਸ ਇੱਕੋ ਹੀ ਮੇਰੀ ਮੰਗ ਹੈ ਕਿ ਮੇਰੀ ਰੂਹ ਨੂੰ, ਮੇਰੀ ਆਤਮਾ ਨੂੰ ਨਰਕਾਂ ਦੀ ਅੱਗ 'ਚ ਸੜਨ ਤੋਂ ਬਚਾ ਲੈਣਾ। ਇਹ ਸੰਸਾਰ ਦੇ ਝਮੇਲਿਆਂ ਤੋਂ ਕੱਢ ਕੇ ਆਪਣੇ ਚਰਨਾਂ ਵਿੱਚ ਮੈਨੂੰ ਥਾਂ ਦੇ ਦੇਣੀ। ਦੋਹਰਾ ਸ਼੍ਰੀ ਸਤਿਗੁਰ ਹਰਿ ਰਾਏ ਜੀ। ਸਤਿਗੁਰੂ ਮਹਾਰਾਜ ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਸੁਨ ਕਰ ਭਏ ਕਿਰਪਾਲ, ਜਦੋਂ ਦਾਰਾ ਸ਼ਿਕੋਹ ਦੀ ਇਹ ਚਿੱਠੀ ਪੜ੍ਹੀ, ਸੁਣੀ ਹੈ ਮਹਾਰਾਜ ਨੇ, ਉਹਦੀ ਬੇਨਤੀਆਂ ਸੁਣ ਕੇ ਕਿਰਪਾ ਦੇ ਘਰ ਵਿੱਚ ਆਏ ਨੇ। ਸਾਰੀ ਚਿੱਠੀ ਸੁਣ ਕੇ ਤਿਸ ਆਛੈ ਕੋ ਜਾਣ ਕਰ, ਮਹਾਰਾਜ ਜੀ ਨੇ ਉਹਦਾ ਮਨ ਦਾ ਆਸ਼ਾ ਸਮਝ ਲਿਆ, ਉਹਦੇ ਮਨ ਦੀ ਭਾਵਨਾ ਸਮਝ ਲਈ, ਕਿਉਂਕਿ ਮਹਾਰਾਜ ਅੰਤਰਜਾਮੀ ਘਟ ਘਟ ਦੀ ਜਾਣਨੇ ਵਾਲੇ ਹਨ। ਬਿਨ ਬੋਲਿਆਂ ਸਭ ਕੁਝ ਜਾਣਦਾ, ਉਹ ਤਾਂ ਬਿਨਾਂ ਬੋਲਿਆਂ ਹੀ ਜਾਣ ਲੈਂਦੇ ਹਨ। ਦਾਰਾ ਸ਼ਿਕੋਹ ਦੇ ਮਨ ਵਿੱਚ ਕੀ ਭਾਵਨਾ ਹੈ, ਇਹ ਸੱਚੇ ਪਾਤਸ਼ਾਹ ਨੇ ਉਹਦੀ ਚਿੱਠੀ ਤੋਂ ਸਾਰਾ ਅੰਦਾਜ਼ਾ ਲਾ ਲਿਆ ਹੈ। ਸੰਤਨ ਪ੍ਰੇਮ ਵਿਸਾਲ, ਮਹਾਰਾਜ ਜਾਣ ਗਏ ਨੇ ਕਿ ਦਾਰਾ ਸ਼ਿਕੋਹ ਸੰਤਾਂ ਮਹਾਂਪੁਰਸ਼ਾਂ ਨਾਲ, ਰੱਬ ਦੇ ਬੰਦਿਆਂ ਨਾਲ ਦਿਲੋਂ ਪਿਆਰ ਕਰਦਾ ਹੈ। ਉਹਦੀ ਮਹਾਂਪੁਰਸ਼ਾਂ ਸੰਤਾਂ ਭਗਤਾਂ ਨਾਲ ਪ੍ਰੀਤੀ ਹੈ। ਪਰਮੇਸ਼ਵਰ ਪ੍ਰਾਪਤ ਬਿਖੈ, ਪਰਮੇਸ਼ਰ ਦੀ ਪ੍ਰਾਪਤੀ ਵਿੱਚ, ਵਾਹਿਗੁਰੂ ਨੂੰ ਮਿਲਣ ਵਾਸਤੇ ਦਿਲ ਮੇ ਸ਼ੌਕ ਬਿਲੰਦ, ਮਨ ਦੇ ਵਿੱਚ ਬੜਾ ਭਾਰੀ ਸ਼ੌਂਕ ਰੱਖਦਾ ਦਾਰਾ ਸ਼ਿਕੋਹ। ਉਹ ਸੰਤਾਂ ਨਾਲ ਤਾਂ ਮਿਲਦਾ ਹੈ ਕਿਉਂਕਿ ਸੰਤਾਂ ਨੂੰ ਮਿਲਣ ਦਾ ਵੀ ਮਤਲਬ ਇਹ ਹੁੰਦਾ ਕਿ ਅਕਾਲ ਪੁਰਖ ਤੱਕ, ਵਾਹਿਗੁਰੂ ਤੱਕ ਪਹੁੰਚਾ ਦੇਣਗੇ। ਮੇਨ ਮਕਸਦ ਤਾਂ ਮੁਕਤੀ ਹੁੰਦੀ ਹੈ, ਵੀ ਮੇਰੀ ਆਤਮਾ ਦਾ ਕਲਿਆਣ ਹੋਵੇ, ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇ, ਸਾਗਰ ਵਿੱਚ ਜਾ ਕੇ ਬੂੰਦ ਰਲ ਜਾਵੇ ਤੇ 84 ਦਾ ਗੇੜਾ ਨਾ ਪਵੇ। ਉਹਦੇ ਵਾਸਤੇ ਸੰਤਾਂ ਮਹਾਂਪੁਰਸ਼ਾਂ ਦੀ ਸਹਾਇਤਾ ਚਾਹੀਦੀ, ਹੋਰ ਕੋਈ ਕੰਮ ਕਰ ਨਹੀਂ ਸਕਦਾ। ਗੁਰ ਪੂਰਾ ਮਿਲਾਵੇ ਮੇਰਾ ਪ੍ਰੀਤਮ, ਹੋਂ ਵਾਰ-ਵਾਰ ਆਪਣੇ ਗੁਰੂ ਕੋ ਜਾਸਾ। ਪੂਰਾ ਗੁਰੂ ਹੀ ਪ੍ਰਮਾਤਮਾ ਦੇ ਦਰਸ਼ਨ ਕਰਾ ਸਕਦਾ ਹੈ, ਹੋਰ ਕੋਈ ਨਹੀਂ ਕਰਾ ਸਕਦਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੀ ਖਾਹਿਸ਼ ਦਾਰਾ ਸ਼ਿਕੋਹ ਦੇ ਮਨ ਵਿੱਚ ਇਸ ਕਰਕੇ ਹੈ ਕਿ ਉਹ ਖੁਦਾ ਨੂੰ ਵੀ ਮਿਲਣਾ ਚਾਹੁੰਦਾ ਹੈ। ਸਤਿਗੁਰੂ ਜੀ ਉਹਦੇ ਮਨ ਦੀ ਜਗਿਆਸਾ ਨੂੰ ਜਾਣ ਗਏ ਹਨ। ਤਬ ਲਿਖਵਾਏ ਜਵਾਬ ਦਿਆ, ਸਤਿਗੁਰੂ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਦਾਰਾ ਸ਼ਿਕੋਹ ਦੀ ਚਿੱਠੀ ਦਾ ਜਵਾਬ ਲਿਖਵਾਇਆ। ਕਹਿ ਕਰ ਬਾਕ ਮਨਿੰਦ, ਜਿਵੇਂ ਉਹਨੇ ਬਚਨ ਲਿਖੇ ਸਨ ਫਾਰਸੀ ਭਾਸ਼ਾ ਵਿੱਚ, ਜਿਹੜੀ ਉਹ ਬੋਲੀ ਸਮਝਦਾ ਸੀ, ਉਸੇ ਬੋਲੀ 'ਚ ਮਹਾਰਾਜ ਨੇ ਉੱਤਰ ਲਿਖਵਾਇਆ ਹੈ। ਬੈਂਤ ਤੁਮ ਪਰ ਫਜਲ ਰੱਬ ਕਾਦਰ ਭਇਆ, ਮਹਾਰਾਜ ਕਹਿੰਦੇ ਤੁਮ ਪਰ ਫਜਲ ਰੱਬ ਕਾਦਰ ਭਇਆ। ਹੇ ਦਾਰਾ ਸ਼ਿਕੋਹ, ਤੇਰੇ ਤੇ ਉਸ ਰੱਬ ਦਾ, ਉਸ ਕਾਦਰ ਦਾ ਫਜ਼ਲ ਯਾਨੀ ਉਹਦੀ ਮਿਹਰ ਹੋਈ ਹੈ।
ਤੇਰੇ ਤੇ ਵਾਹਿਗੁਰੂ ਨੇ, ਅੱਲਾਹ ਤਾਲਾ ਨੇ, ਖੁਦਾ ਨੇ ਕਿਰਪਾ ਕੀਤੀ ਹੈ। ਕੇ ਮੁਰਸ਼ਿਦ ਜੋ ਅਰਫ ਕਰੀ ਹੈ ਦਇਆ, ਤੇਰੇ ਉੱਤੇ ਪੂਰੇ ਗੁਰੂ ਨੇ ਕਿਰਪਾ ਕੀਤੀ ਹੈ। ਜੋ ਗਿਆਨਵਾਨ ਤਤਬੇਤੇ ਮਹਾਪੁਰਸ਼ ਹਨ, ਸਾਈਂ ਮੀਆਂ ਮੀਰ ਜੀ, ਜਿਨ੍ਹਾਂ ਨੇ ਉਸ ਅਕਾਲ ਪੁਰਖ ਨਿਰੰਕਾਰ ਦੇ ਜੋਤੀ ਸਰੂਪ ਦੇ ਦਰਸ਼ਨ ਆਪ ਵੀ ਕੀਤੇ ਹਨ ਤੇ ਉਹ ਤੈਨੂੰ ਵੀ ਕਰਾ ਸਕਦੇ ਹਨ। ਵੱਡੀ ਬਾਦਸ਼ਾਹੀ ਲਈ ਕੀ ਨਾ ਸ਼ੌਂਕ, ਔਰ ਤੈਨੂੰ ਐਡੀ ਵੱਡੀ ਹਿੰਦੁਸਤਾਨ ਦੀ ਬਾਦਸ਼ਾਹੀ ਵੀ ਖੁਦਾ ਨੇ ਦਿੱਤੀ ਹੈ, ਪਰ ਤੈਨੂੰ ਉਹਦਾ ਸ਼ੌਂਕ ਨਹੀਂ ਹੈ। ਇਹ ਵੀ ਇੱਕ ਬੜੀ ਵੱਡੀ ਗੱਲ ਹੈ ਵੀ ਜਿਹੜੀਆਂ ਬਾਦਸ਼ਾਹੀਆਂ ਵਾਸਤੇ ਦੁਨਿਆਵੀ ਲੋਕ ਤਰਸਦੇ ਫਿਰਦੇ ਆ ਵੀ ਸਾਨੂੰ ਮਿਲ ਜਾਵੇ, ਉਹਨੂੰ ਮਿਲੀ ਹੋਈ ਹੈ ਤੇ ਉਹਨੂੰ ਸ਼ੌਂਕ ਨਹੀਂ ਹੈ। ਤਿਆਗ ਦੀ ਜਿਹੜੀ ਭਾਵਨਾ ਹੈ, ਇਹ ਵੀ ਸਾਧ ਸੰਗਤ ਜੀ ਪਰਮਾਰਥ ਵਿੱਚ ਸਭ ਤੋਂ ਜ਼ਰੂਰੀ ਹੈ। ਜੇ ਅਸੀਂ ਕਹੀਏ ਵੀ ਤਿਆਗ ਵੀ ਨਾ ਕਰੀਏ ਤੇ ਅਕਾਲ ਪੁਰਖ ਦੀ ਵੀ ਪ੍ਰਾਪਤੀ ਹੋ ਜਾਵੇ, ਚੋਪੜੀਆਂ ਤੇ ਦੋ ਇਹ ਕਦੀ ਨਹੀਂ ਹੁੰਦਾ। ਜਾਂ ਤਾਂ ਇੱਧਰ ਪ੍ਰਾਪਤੀ ਕਰ ਲਓ ਜਾਂ ਉੱਧਰ ਕਰ ਲਓ। ਸੋ ਉੱਧਰ ਜਾਣ ਵਾਸਤੇ ਇੱਧਰ ਦੀ ਪ੍ਰੀਤ ਤੋੜਨੀ ਪੈਂਦੀ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸੰਗ ਜੋਰ ਅਵਰ ਸੰਗ ਤੋਰੀ। ਹੇ ਵਾਹਿਗੁਰੂ, ਸੱਚੀ ਪ੍ਰੀਤ ਹੁਣ ਤੇਰੇ ਨਾਲ ਜੋੜ ਲਈ ਹੈ, ਤੇਰੇ ਨਾਲ ਜੋੜ ਲਈ ਹੈ, ਪਰ ਦੁਨੀਆ ਵੱਲੋਂ ਤੋੜ ਲਈ ਹੈ। ਸੋ ਦਾਰਾ ਸ਼ਿਕੋ ਤੇਰੇ ਮਨ ਵਿੱਚ ਜੋ ਰਾਜ ਦਾ ਮੋਹ ਘਟ ਗਿਆ ਹੈ, ਇਹ ਵੀ ਉਸ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਹੀ ਹੈ। ਲਖਿਓ ਆਪ ਮੈਂ ਆਪਨ ਆਪਾ ਸੋ ਜੌਂਕ, ਤੂੰ ਆਪਣੇ ਆਪ ਨੂੰ ਜਾਣ ਲਿਆ ਹੈ। ਆਪਣੇ ਆਪ ਨੂੰ ਜਾਣਨ ਦਾ ਸਵਾਦ, ਕਿਉਂਕਿ ਜਿੰਨੇ ਵੀ ਸਵਾਦ ਨੇ ਉਹ ਹੈ ਤਾਂ ਆਤਮਾ ਦੇ ਕਰਕੇ ਹੀ, ਹੋਰ ਤਾਂ ਕੋਈ ਚੀਜ਼ ਸਵਾਦ ਹੁੰਦਾ ਹੀ ਨਹੀਂ। ਸਵਾਦ ਤਾਂ ਆਪਣੇ ਆਪ ਵਿੱਚ ਹੀ ਹੁੰਦਾ ਹੈ, ਪਰ ਲੱਗਦਾ ਹੈ ਦੂਸਰੀ ਚੀਜ਼ ਚੋਂ ਆ ਰਿਹਾ ਹੈ। ਜਿਵੇਂ ਸਾਧ ਸੰਗਤ ਜੀ, ਕੁੱਤਾ ਹੱਡੀ ਨੂੰ ਚੱਬਦਾ ਹੈ ਤੇ ਉਹਦੇ ਦੰਦਾਂ ਚੋਂ ਖੂਨ ਨਿਕਲ ਆਉਂਦਾ ਮਸੂੜਿਆਂ ਵਿੱਚੋਂ। ਉਹ ਲੂਣ ਵਾਲਾ ਖੂਨ ਉਹਨੂੰ ਇਦਾਂ ਲੱਗਦਾ ਸ਼ਾਇਦ ਹੱਡੀ ਚੋਂ ਆ ਰਿਹਾ, ਉਹਨੂੰ ਚੱਬੀ ਜਾਂਦਾ ਤੇ ਸਵਾਦ ਉਹਦਾ ਆਪਣੇ ਖੂਨ ਦਾ ਹੁੰਦਾ। ਇਦਾਂ ਸਾਨੂੰ ਇਦਾਂ ਜਾਪਦਾ ਹੈ ਕਿ ਪਦਾਰਥਾਂ ਵਿੱਚੋਂ ਸਾਨੂੰ ਆਨੰਦ ਆ ਰਿਹਾ, ਪਰ ਪਦਾਰਥਾਂ ਵਿੱਚ ਜੇ ਆਨੰਦ ਹੋਵੇ ਤੇ ਬੋਤਲ ਦੇ ਵਿੱਚ ਸ਼ਰਾਬ ਪਈ ਰਹਿੰਦੀ ਹੈ ਤੇ ਉਹ ਸ਼ਰਾਬ ਦੀ ਬੋਤਲ ਜਿਹੜੀ ਹੈ ਠੇਕੇ ਤੇ 100 ਸਾਲ ਪਈ ਰਵੇ, ਹਿਲਦੀ ਜੁਲਦੀ ਨਹੀਂ, ਕਦੀ ਉਹਨੂੰ ਨਸ਼ਾ ਨਹੀਂ ਹੋਇਆ ਕੱਚ ਦੀ ਬੋਤਲ ਨੂੰ। ਜਦੋਂ ਕੋਈ ਆਤਮਾ ਵਾਲਾ ਜੀਵ ਪੀ ਲੈਂਦਾ, ਚੇਤਨ ਸੱਤਾ ਵਾਲਾ, ਤੇ ਉਹ ਝੂਮਣ ਲੱਗ ਜਾਂਦਾ ਹੈ। ਫਿਰ ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਇਹ ਹੈ ਵੀ ਅਸਲ ਆਨੰਦ ਦਾ, ਸੁੱਖ ਦਾ ਜੋ ਵੀ ਅਨੁਭਵ ਹੈ ਉਹ ਆਤਮਾ ਕਰਕੇ ਹੀ ਹੈ। ਦੁੱਖ ਦਾ ਵੀ ਅਨੁਭਵ, ਸੁੱਖ ਦਾ ਵੀ ਅਨੁਭਵ ਜਿਸ ਨੂੰ ਹੋ ਰਿਹਾ ਹੈ ਉਹ ਚੇਤਨ ਸੱਤਾ ਆਤਮ ਰੂਪ ਹੈ। ਇਸ ਕਰਕੇ ਆਨੰਦ ਦਾ ਸੋਮਾ ਆਤਮਾ ਹੈ, ਨਾ ਕਿ ਕੋਈ ਸੰਸਾਰੀ ਪਦਾਰਥ। ਤੁਮੈ ਖੌਫ ਦੋਜਕ ਨਹੀਂ ਜਾਣ ਲਿਹੋ। ਮਹਾਰਾਜ ਵਰ ਦਿੰਦੇ ਨੇ, ਬਖਸ਼ਿਸ਼ ਕਰਦੇ ਨੇ, ਕਹਿੰਦੇ ਦਾਰਾ ਸ਼ਿਕੋ ਤੈਨੂੰ ਨਰਕਾਂ ਦੀ ਅੱਗ ਦਾ ਹੁਣ ਕੋਈ ਖੌਫ ਨਹੀਂ ਰਿਹਾ, ਇਹ ਜਾਣ ਲੈ। ਕਿਉਂਕਿ ਜਿੱਥੇ ਤੂੰ ਪਹੁੰਚ ਗਿਆ ਹੈ, ਜਿਹੜੀ ਆਤਮ ਅਵਸਥਾ ਤੇ ਤੂੰ ਆਰੂੜ ਹੈ, ਉਸ ਅਵਸਥਾ ਵਿੱਚ ਨਾ ਨਰਕ ਦਾ ਡਰ ਹੁੰਦਾ, ਨਾ ਸਵਰਗ ਦੀ ਆਸ ਹੁੰਦੀ ਹੈ। ਕਬੀਰ ਸੁਰਗ ਬਾਸ ਨਾ ਬਚੀਐ, ਡਰੀਐ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨੇ ਨਾ ਕੀਜੈ ਆਸ। ਸਵਰਗਾਂ ਦੇ ਝੂਟੇ ਲੈਣੇ ਨੇ, ਮਿਲ ਜਾਣਗੇ ਤਾਂ ਲੈ ਲਵਾਂਗੇ। ਨਰਕਾਂ 'ਚ ਕੋਤੇ ਖਾਣੇ ਆ, ਜੇ ਖਾਣੇ ਪੈ ਗਏ ਖਾ ਲਾਂਗੇ, ਕੋਈ ਫਰਕ ਨਹੀਂ। ਨਾ ਹੁਣ ਨਰਕਾਂ ਦਾ ਡਰ ਹੈ ਤੇ ਨਾ ਸਵਰਗਾਂ ਦੀ ਆਸ ਹੈ। ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ। ਸਵਰਗ ਨਰਕ ਤੋਂ ਤੇ ਮੈਂ ਉੱਪਰ ਚਲਾ ਗਿਆ, ਉੱਥੇ ਨਾ ਨਰਕ ਹੈ ਨਾ ਸਵਰਗ ਹੈ। ਕੌਣ ਨਰਕ ਕੌਣ ਸੁਰਗ ਕਿਆ ਨਰਕ, ਵਿਚਾਰਾ ਸੰਤਨ ਦੋ ਰਾਦੇ। ਹਮ ਕਾਹੂ ਕੀ ਕਾਣ ਨਾ ਕੱਢਤੇ, ਆਪਣੇ ਗੁਰ ਪ੍ਰਸਾਦੇ। ਆਪਣੇ ਗੁਰੂ ਦੀ ਕਿਰਪਾ ਨਾਲ ਅਸੀਂ ਸਵਰਗ ਨਰਕ ਦੋਵਾਂ ਤੋਂ ਹੀ ਪਰੇ ਚਲੇ ਗਏ। ਹਾਂਜੀ। ਕਿ ਪੀਰਾ ਫਕੀਰਾ ਸੋ ਲਾਗੇ ਸਨੇਹੋ। ਤੇਰੀ ਪੀਰਾਂ ਫਕੀਰਾਂ ਨਾਲ ਪ੍ਰੀਤ ਪੈ ਗਈ ਹੈ। ਜਿਹੜੇ ਪੀਰ ਫਕੀਰ ਤਾਂ ਸਾਧ ਸੰਗਤ ਜੀ ਬੜੀ ਉੱਚੀ ਅਵਸਥਾ ਦਾ ਮਾਲਕ ਹੁੰਦਾ ਹੈ। ਅੱਜ ਕੱਲ੍ਹ ਉੱਦਾਂ ਹੀ ਮੇਰੇ ਵਰਗੇ ਕਈ ਪੀਰ ਬਣ ਜਾਂਦੇ ਹੈ, ਪਰ ਜਿਹੜਾ ਪੀਰ ਦਾ ਰੁਤਬਾ ਹੈ, ਪੀਰ ਦੀ ਜਿਹੜੀ ਪਦਵੀ ਹੈ, ਉਹ ਬਹੁਤ ਉੱਚੀ ਹੈ। ਹੱਦ ਟੱਪੇ ਔਲੀਆ, ਬੇਹੱਦ ਟੱਪੇ ਪੀਰ।
ਦੁਨੀਆ ਦੀ ਹੱਦ ਨੂੰ ਟੱਪਦਾ ਤੇ ਉਹਨੂੰ ਔਲੀਆ ਕਹਿੰਦੇ ਆ, ਜਿਹੜਾ ਬੇਹੱਦ ਨੂੰ ਟੱਪਦਾ ਹੈ ਉਹਨੂੰ ਪੀਰ ਕਹਿੰਦੇ ਆ। ਹੱਦ ਬੇਹੱਦ ਦੋਵੇਂ ਟੱਪੇ ਤੇ ਇਸ ਦਾ ਨਾਮ ਫਕੀਰ। ਜਿਹੜਾ ਹੱਦ ਬੇਹੱਦ ਟੱਪ ਜਾਂਦਾ ਉਹ ਫਕੀਰ ਹੁੰਦਾ। ਤੋ ਸਾਈਂ ਮੀਆਂ ਮੀਰ ਜੀ ਵਰਗੇ ਫਕੀਰ, ਸ਼ਰਮਦ ਵਰਗੇ ਫਕੀਰ ਦੀ ਤੈਨੂੰ ਸੰਗਤ ਮਿਲ ਗਈ ਦਾਰਾ ਸ਼ਿਕੋ, ਤੂੰ ਨਰਕਾਂ 'ਚ ਨਹੀਂ ਜਾ ਸਕਦਾ। ਜੋ ਗਾਫਲ ਵੱਡੇ ਬਾਦਸ਼ਾਹੀ ਸੋ ਪਾਏ, ਜਿਹੜੇ ਗਫਲਤ ਦੀ ਨੀਂਦ ਸੁੱਤੇ ਨੇ, ਜਿਨ੍ਹਾਂ ਨੂੰ ਇਹ ਸੰਸਾਰ ਸੱਚਾ ਨਜ਼ਰ ਆਉਂਦਾ ਹੈ, ਉਹਨਾਂ ਨੂੰ ਬਾਦਸ਼ਾਹੀਆਂ ਚੰਗੀਆਂ ਲੱਗਦੀਆਂ ਨੇ। ਉਹ ਦੁਨੀਆ ਦੀਆਂ ਬਾਦਸ਼ਾਹੀਆਂ ਦੇ ਲਈ ਭੱਜੇ ਫਿਰਦੇ, ਮੈਂ ਬਾਦਸ਼ਾਹ ਬਣ ਜਾਵਾਂ, ਮੈਂ ਰਾਜਾ ਬਣ ਜਾਵਾਂ। ਉਹ ਦਿਨ ਰਾਤ ਤੜਫਦੇ ਫਿਰਦੇ ਮੱਛੀ ਦੀ ਤਰ੍ਹਾਂ ਵੀ ਸਾਨੂੰ ਉਹ ਦੁਨਿਆਵੀ ਰਾਜ ਮਿਲ ਜਾਵੇ। ਪਰੈ ਵਿੱਚ ਦੋਜਕ ਨਾ ਲਾਗੈ ਹਵਾਏ। ਮਹਾਰਾਜ ਕਹਿੰਦੇ ਉਹ ਬੰਦੇ ਇਹੋ ਜਿਹੇ ਨਰਕ ਵਿੱਚ ਪੈਣਗੇ, ਕੁੰਭੀ ਨਰਕ ਵਿੱਚ, ਜਿੱਥੇ ਹਵਾ ਵੀ ਨਹੀਂ ਲੱਗੇਗੀ। ਇਸ਼ਾਰਾ ਔਰੰਗਜ਼ੇਬ ਵੱਲ ਹੋ ਗਿਆ। ਕਹਿੰਦੇ ਜਿਨ੍ਹਾਂ ਨੂੰ ਬਾਦਸ਼ਾਹੀਆਂ ਦੀ ਖਾਹਿਸ਼ਾਂ ਨੇ, ਐਸੇ ਦੋਜਕਾਂ ਵਿੱਚ, ਇਹੋ ਜਿਹੇ ਨਰਕਾਂ ਵਿੱਚ ਪੈਣਗੇ ਜਿਨ੍ਹਾਂ ਨੂੰ ਕਿਤੇ ਹਵਾ ਵੀ ਨਾ ਲੱਗੇ ਤੇ ਉੱਥੇ ਗੋਤੇ ਖਾਈ ਜਾਣਗੇ। ਖਤਰਾ ਨਾ ਕੀਜੈ ਭਤੀਜਾ ਸਦੀਵ। ਸਤਵੇਂ ਪਾਤਸ਼ਾਹ ਕਹਿੰਦੇ ਐ ਦਾਰਾ ਸ਼ਿਕੋ, ਤੂੰ ਮਨ ਵਿੱਚ ਨਰਕਾਂ ਸੁਰਗਾਂ ਦੇ ਖਤਰੇ ਛੱਡ ਦੇ। ਹੁਣ ਤੇਰਾ ਜਨਮ ਮਰਨ ਵੀ ਕੱਟਿਆ ਗਿਆ, ਤੇਰਾ ਨਰਕ ਸੁਰਗ ਵੀ ਕੱਟਿਆ ਗਿਆ। ਜਿੱਥੇ ਤੂੰ ਪਹੁੰਚ ਗਿਆ ਹੈ ਉੱਥੇ ਨਾ ਨਰਕ ਹੈ ਨਾ ਸੁਰਗ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੇ ਠਾਉ। ਨਾ ਤਸਵੀਸ ਖਿਰਾਦ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੋ ਆਹੀ। ਆਬਾਦਾਨ ਸਦਾ ਮਸ਼ਹੂਰ, ਉਹਾਂ ਬਸੈ ਗਨੀ ਮਾਮੂਰ। ਤਿਉਂ ਤਿਉਂ ਸੈਲ ਕਰੇ ਜਿਉ ਭਾਵੈ, ਮਹਿਰਮ ਮਹਿਲ ਨਾ ਕੋ ਅਟਕਾਵੈ। ਕਹਿ ਰਵਿਦਾਸ ਖਲਾਸ ਚਮਾਰਾ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਉਹ ਜਿਹੜਾ ਬੇਗਮਪੁਰਾ ਹੈ ਉੱਥੇ ਜਾ ਕੇ ਨਰਕ ਸੁਰਗ ਬਹੁਤ ਥੱਲੇ ਰਹਿ ਜਾਂਦੇ ਹਨ। ਨਾ ਦੋਜਕ ਬਹਿਸ਼ਤੈ ਭਇਓ ਏਕ ਸੀਵ। ਤੂੰ ਹੁਣ ਨਾ ਨਰਕਾਂ ਵਿੱਚ ਜਾਏਗਾ ਨਾ ਸੁਰਗਾਂ ਵਿੱਚ, ਕਿਉਂਕਿ ਪਾਪੀ ਬੰਦੇ ਨਰਕਾਂ ਵਿੱਚ ਜਾਂਦੇ ਨੇ, ਪੁੰਨੀ ਬੰਦੇ ਸਵਰਗਾਂ 'ਚ ਜਾਂਦੇ ਨੇ। ਜਦੋਂ ਪਾਪਾਂ ਦਾ ਫਲ ਮੁੱਕ ਜਾਂਦਾ ਉਹ ਨਰਕਾਂ 'ਚੋਂ ਬਾਹਰ ਆ ਕੇ 84 'ਚ ਪੈ ਜਾਂਦੇ ਨੇ। ਜਦੋਂ ਪੁੰਨਾਂ ਦਾ ਫਲ ਮੁੱਕ ਜਾਂਦਾ ਹੈ, ਪੁੰਨੀ ਬੰਦੇ ਸਵਰਗਾਂ 'ਚੋਂ ਬਾਹਰ ਆ ਕੇ ਫਿਰ 84 'ਚ ਪੈ ਜਾਂਦੇ ਨੇ। ਜੰਮਣ ਮਰਨ ਨਹੀਂ ਕੱਟਿਆ ਜਾਂਦਾ, ਮੁਕਤੀ ਨਹੀਂ ਹੁੰਦੀ। ਹੁਣ ਤੂੰ ਨਾ ਨਰਕ ਜਾਏਗਾ ਨਾ ਤੂੰ ਸਵਰਗ ਵਿੱਚ, ਤੂੰ ਇੱਕ ਸ਼ੀਵ ਮੈਨੇ ਚੇਤਨ ਹੋ ਗਿਆ। ਅਚਰਜ ਭਇਆ ਜੀਵ ਤੇ ਸੀਓ। ਤੂੰ ਹੁਣ ਜੀਵ ਨਹੀਂ ਰਿਹਾ, ਹੁਣ ਤੂੰ ਸੀਓ ਹੋ ਗਿਆ। ਸੀਓ ਮੈਨੇ ਸ਼ਿਵ ਰੂਪ ਹੋ ਗਿਆ, ਚੇਤਨ ਰੂਪ ਹੋ ਗਿਆ, ਬ੍ਰਹਮ ਰੂਪ ਹੋ ਗਿਆ ਹੈ। ਕਰੋ ਦੀਨ ਕੀ ਬਾਦਸ਼ਾਹੀ ਅਟਲ। ਜਾ ਦਾਰਾ ਸ਼ਿਕੋ, ਹੁਣ ਅਸੀਂ ਤੈਨੂੰ ਦੀਨ ਦੀ ਬਾਦਸ਼ਾਹੀ ਦਿੱਤੀ। ਦੁਨੀਆ ਦੀ ਬਾਦਸ਼ਾਹੀਆਂ ਤਾਂ ਛੋਟੀਆਂ ਨੇ, ਦੀਨ ਦੀ ਧਰਮ ਦੀ ਜਿਹੜੀ ਬਾਦਸ਼ਾਹੀ ਹੈ ਅਟਲ ਹੈ, ਉਹ ਟਲਦੀ ਨਹੀਂ। ਭਗਤਾਂ ਦਾ ਰਾਜ ਸਦਾ ਹੀ ਰਹਿੰਦਾ ਹੈ। ਸੂਖ ਮਹਿਲ ਜੰਗ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਉਹ ਆਨੰਦ ਤੈਨੂੰ ਪ੍ਰਾਪਤ ਹੋਵੇਗਾ। ਹਜ਼ਾਰੋ ਜੁਗੋ ਮੇ ਰਹੋਗੇ ਅਚਲ। ਹਜ਼ਾਰਾਂ ਯੁੱਗ ਬੀਤ ਜਾਣਗੇ ਫਿਰ ਵੀ ਤੂੰ ਨਹੀਂ ਮਰੇਗਾ। ਆਖੋ ਸ੍ਰੀ ਵਾਹਿਗੁਰੂ। ਨਾ ਉਹ ਮਰਹਿ ਨ ਠਾਕੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ। ਹੁਣ ਨਾ ਤੂੰ ਮਰੇਗਾ, ਨਾ ਤੂੰ ਜੰਮੇਗਾ, ਨਾ ਤੂੰ ਆਏਗਾ, ਨਾ ਤੂੰ ਜਾਏਗਾ। ਜਿਹੜੀ ਖੇਡ ਤੈਨੂੰ ਮਿਲੀ ਹੈ ਉਹ ਅਬਿਨਾਸ਼ੀ ਹੈ। ਧਰੂ ਅਟਲ ਅਜਹੂ ਨਾ ਟਰਿਓ। ਧਰੂ ਭਗਤ ਅਟਲ ਹੈ ਨਾ, ਕਿਤੇ ਆਉਂਦਾ ਜਾਂਦਾ ਨਹੀਂ। ਬਾਕੀ ਸਭ ਕੁਝ ਹਿੱਲਦਾ, ਉਹ ਆਪਣੀ ਥਾਂ ਤੇ ਕਾਇਮ ਹੈ। ਧਰੂ ਦੀ ਭਗਤੀ ਨੇ ਉਹ ਧਰੂ ਨੂੰ ਕਾਇਮ ਕੀਤਾ। ਤੇਰੀ ਭਗਤੀ ਤੈਨੂੰ ਉੱਥੇ ਲੈ ਜਾਂਦੀ ਹੈ। ਬ੍ਰਹਮ ਗਿਆਨੀ ਮਹਾਪੁਰਸ਼, ਆਤਮ ਗਿਆਨੀ ਮਹਾਪੁਰਸ਼ ਉਸ ਧੁਰਵੇ ਤੇ ਪਹੁੰਚ ਜਾਂਦਾ ਜਿਹੜਾ ਚਲਾਏਮਾਨ ਨਹੀਂ ਹੁੰਦਾ। ਸ਼ਾਸਤਰਾਂ ਵਿੱਚ ਇਹਦੇ ਲਈ ਸ਼ਬਦ ਐਰਣ ਵਰਤਿਆ ਹੈ। ਐਰਣ ਲੋਹਾਰ ਦੀ ਦੁਕਾਨ ਤੇ ਲੋਹੇ ਦਾ ਇੱਕ ਟੁਕੜਾ ਹੁੰਦਾ, ਜਿਹੜਾ ਕੋਈ 40-50 ਕਿਲੋ ਜਾਂ ਕੁਆਂਟਲ 1.5 ਕੁਆਂਟਲ ਦਾ ਵੀ ਭਾਰਾ ਹੁੰਦਾ। ਲੋਹਾਰ ਨੇ ਆਪਣੇ ਕਾਰਖਾਨੇ ਵਿੱਚ ਆਪਣੇ ਭੱਠੀ ਦੇ ਕੋਲ ਰੱਖਿਆ ਹੁੰਦਾ। ਉਹ ਕਈ ਵਾਰੀ ਤਾਂ 4-4 ਪੀੜ੍ਹੀਆਂ ਲੋਹਾਰਾਂ ਦੀਆਂ ਬੀਤ ਜਾਂਦੀਆਂ ਨੇ, ਉਹ ਉੱਥੇ ਹੀ ਪਿਆ ਰਹਿੰਦਾ। ਕਿਉਂ? ਉੱਤੇ ਲੋਹਾ ਹੀ ਕੁੱਟਣਾ, ਉਹਨੂੰ ਚੁੱਕਣ ਦੀ ਲੋੜ ਹੀ ਨਹੀਂ।
ਜਿੱਡੇ ਵੱਡੇ ਵੱਡੇ ਥੋੜੇ ਪੈਂਦੇ, ਕੜਕਣ ਪੈਂਦੇ ਉੱਤੇ 10-10 ਕਿਲੋ ਦੇ, 15-15 ਕਿਲੋ ਦੇ ਲੋਹਾ ਜੋ ਕੁੱਟਦੇ ਆ। ਪਰ ਇੰਨੇ ਥੋੜੇ, ਹਜ਼ਾਰਾਂ ਥੋੜੇ ਰੋਜ਼ ਪੈਂਦੇ ਆ, ਫਿਰ ਵੀ ਉਹ ਐਰਨ ਆਪਣੀ ਥਾਂ ਤੋਂ ਟਸ ਤੋਂ ਮਸ ਨਹੀਂ ਹੁੰਦੀ, ਉੱਦਾਂ ਹੀ ਸਾਖੀ ਰੂਪ 'ਚ ਪਈ ਰਹਿੰਦੀ ਹੈ। ਇੱਦਾਂ ਆਤਮਾ ਜਿਹੜੀ ਹੈ ਉਹ ਆਪਣੇ ਆਪ ਵਿੱਚ ਵਿਰਾਜਮਾਨ ਹੈ। ਥੋੜੇ ਪੈ ਰਹੇ ਨੇ, ਦੁਨੀਆ ਦੇ ਮਾਇਆ ਦੇ ਬਹੁਤ ਉਤਰਾਅ ਚੜਾਅ ਆਲੇ ਦੁਆਲੇ ਹੋ ਰਹੇ ਨੇ, ਸਾਖੀ ਭਾਵ ਨਾਲੋਂ ਦੇਖੀ ਜਾਂਦਾ ਹੈ ਆਤਮਾ। ਕੁਛ ਵੀ ਹੋ ਰਿਹਾ, ਮੈਂ ਨਿਰਲੇਪ ਹਾਂ। ਉਹ ਅਵਸਥਾ ਵਿੱਚ ਬ੍ਰਹਮ ਗਿਆਨੀ ਰਹਿੰਦਾ। ਮਹਾਰਾਜ ਦਾ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਸਾਰਿਆਂ ਦੇ ਵਿੱਚ ਰਹਿਣ ਵਾਲਾ, ਸਾਰਿਆਂ ਤੋਂ ਨਿਰਲੇਪ। ਇਹ ਬੰਦੇ ਤੇਰੇ ਨਾਲ ਹੈ, ਤੂੰ ਆਪਣੇ ਆਪ ਨੂੰ ਹੀ ਦੇਖ ਲੈ। ਇੱਦਾਂ ਜਦੋਂ ਸੱਚੇ ਪਾਤਸ਼ਾਹ ਸਾਹਿਬ ਜੀ ਮਹਾਰਾਜ ਨੇ ਵਰ ਦਿੱਤਾ, ਬਖਸ਼ਿਸ਼ ਕੀਤੀ, ਕਹਿਣ ਲੱਗੇ ਤੂੰ ਆਪਣੇ ਆਨੰਦ ਵਿੱਚ ਰਹੇਗਾ, ਜੋ ਮਰਜ਼ੀ ਹੋ ਜਾਵੇ। ਵੱਡੇ ਭਾਗ ਜਾਗੇ ਭਗਿਓ ਪ੍ਰੇਮ ਰੰਗ। ਆਹ ਵੱਡੇ ਭਾਗ ਜਾਗੇ, ਤੇਰੇ ਵੱਡੇ ਭਾਗ ਜਾਗੇ, ਤੈਨੂੰ ਪ੍ਰੇਮ ਦਾ ਗੂੜਾ ਰੰਗ ਚੜ ਗਿਆ ਹੈ। ਜੋ ਮੌਲਾ ਮਿਲਿਓ ਬੇਨਮੂਨਾ ਬੇਰੰਗ। ਆਹ ਤੈਨੂੰ ਜਿਹੜਾ ਮੌਲਾ ਮਿਲ ਗਿਆ ਨਾ, ਮੌਲਾ ਮੈਨੇ ਉਹ ਵਾਹਿਗੁਰੂ ਪਰਮਾਤਮਾ ਬੇਨਮੂਨਾ, ਉਹਦਾ ਕੋਈ ਦੂਜਾ ਨਮੂਨਾ ਨਹੀਂ, ਉਹਦੀ ਕੋਈ ਦੂਜੀ ਕਾਪੀ ਨਹੀਂ ਸੰਸਾਰ ਵਿੱਚ, ਉਹ ਇੱਕੋ ਹੀ ਹੈ, ਲਾ ਸ਼ਰੀਕ ਹੈ। ਔਰ ਉਹਦੇ ਤੈਨੂੰ ਦਰਸ਼ਨ ਹੋ ਗਏ ਨੇ, ਉਹ ਅਕਾਲ ਪੁਰਖ ਤੈਨੂੰ ਪ੍ਰਾਪਤ ਹੋ ਗਿਆ ਹੈ ਤੇ ਸਾਰਿਆਂ ਮੋਹ ਮਾਇਆ ਦੇ ਰੰਗਾਂ ਤੋਂ ਰਹਿਤ ਹੈ, ਸ਼ੁੱਧ ਸਰੂਪ ਹੈ, ਜਿਹਦੀ ਤੈਨੂੰ ਪ੍ਰਾਪਤੀ ਹੋ ਗਈ ਹੈ। ਸਦਾ ਆਫਰੀ ਜੋ ਕਮਾਈ ਤਕੀਨ। ਸਤਿਗੁਰੂ ਕਹਿੰਦੇ ਨੇ, ਦਾਰਾ ਸ਼ਿਕੋ ਸ਼ਾਬਾਸ਼, ਸਦਾ ਸ਼ਾਬਾਸ਼ ਤੈਨੂੰ ਜੋ ਤੂੰ ਕਮਾਈ ਕੀਤੀ, ਸੱਚੀ ਕਮਾਈ ਕੀਤੀ। ਬਾਕੀ ਦੁਨਿਆਵੀ ਲੋਕ ਬੜੀਆਂ ਕਮਾਈਆਂ ਕਰ ਕਰਕੇ ਮਰ ਜਾਂਦੇ ਨੇ, ਕੋਈ ਕਮਾਈ ਨਾਲ ਨਹੀਂ ਜਾਂਦੀ। ਪਰ ਆਤਮਿਕ ਨਾਮ ਧਨ ਦੀ ਕੀਤੀ ਹੋਈ ਕਮਾਈ ਇੱਥੇ ਉੱਥੇ ਨਾਲ ਰਹਿੰਦੀ ਹੈ। ਤੇਰੀ ਕਮਾਈ ਨੂੰ ਨਮਸਕਾਰ ਹੈ। ਮੁਰਸ਼ਦਨ ਮਿਲ ਕੇ ਲਿਓ ਰੂਪ ਚੀਨ। ਤੂੰ ਪੂਰੇ ਗੁਰੂਆਂ ਨੂੰ, ਮਹਾਂਪੁਰਸ਼ਾਂ ਨੂੰ, ਸੰਤਾਂ ਭਗਤਾਂ ਨੂੰ ਮਿਲ ਕੇ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਲਏ ਨੇ, ਜਿਸ ਨੂੰ ਵੇਖਣ ਤੋਂ ਬਾਅਦ ਹੋਰ ਕੁਝ ਵੇਖਣਾ ਬਾਕੀ ਨਹੀਂ ਰਹਿ ਜਾਂਦਾ, ਜਿਸ ਨੂੰ ਜਾਣਨ ਤੋਂ ਬਾਅਦ ਹੋਰ ਕੁਝ ਜਾਣਨ ਦੀ ਖਾਹਿਸ਼ ਨਹੀਂ ਰਹਿ ਜਾਂਦੀ, ਜਿਸ ਨੂੰ ਜਾਣਨ ਤੋਂ ਬਾਅਦ ਸਾਰਾ ਕੁਝ ਹੀ ਜਾਣਿਆ ਜਾਂਦਾ ਹੈ। ਉਹ ਜਾਣਕਾਰੀ ਤੂੰ ਹਾਸਲ ਕਰ ਲਈ ਹੈ। ਰਹੋ ਆਨੰਦ ਮਾਤੇ ਨਹੀਂ ਖੌਫ ਕੋਏ। ਹੁਣ ਤੂੰ ਆਪਣੇ ਆਨੰਦ ਵਿੱਚ ਮਸਤ ਰਹਿ, ਤੈਨੂੰ ਕੋਈ ਖੌਫ ਨਹੀਂ। ਨਾ ਤੂੰ ਨਰਕਾਂ ਵਿੱਚ ਜਾਏਗਾ, ਨਾ ਤੂੰ ਸਵਰਗਾਂ ਵਿੱਚ ਜਾਏਗਾ, ਨਾ ਤੂੰ ਜੰਮੇਗਾ, ਨਾ ਤੂੰ ਮਰੇਗਾ। ਤੇਰੀ ਉਹ ਅਵਸਥਾ ਬਣ ਚੁੱਕੀ ਹੈ। ਭਈ ਖੈਰ ਤੁਮਰੀ ਚਿਤਾ ਜਨਮ ਸੋਏ। ਤੂੰ ਆਪਣਾ ਜਨਮ ਜਿੱਤ ਲਿਆ ਹੈ, ਤੇਰੀ ਖੈਰ ਹੋ ਗਈ। ਹੁਣ ਸੱਤੇ ਹੀ ਖੈਰਾਂ ਨੇ, ਜਿੱਧਰ ਜਾਏਗਾ ਰਸਤੇ ਖੁੱਲੇ ਹੋਣਗੇ। ਹਾਂਜੀ। ਖਲਕ ਚਹਿਲਬਾਜੀ ਨਾ ਕੀਨਾ ਸਨੇਹੋ। ਧਨ ਹੈ ਦਾਰਾ ਸ਼ਿਕੋ, ਇਹ ਦੁਨੀਆ ਦਾ ਬੜੀ ਤਿਲਕਣ ਬਾਜੀ ਹੈ, ਤੂੰ ਇਹਦੇ ਨਾਲ ਮੋਹ ਨਹੀਂ ਕੀਤਾ। ਇਹ ਤਿਲਕਣ ਵਾਲੀ ਦੁਨੀਆ, ਝੂਠੀ ਦੁਨੀਆ ਨਾਲ ਤੂੰ ਆਪਣਾ ਪਰਚਾ ਨਹੀਂ ਪਾਇਆ, ਬਲਕਿ ਤੂੰ ਸੱਚੇ ਖੁਦਾ ਨਾਲ, ਹੱਕ ਸੱਚ ਨਾਲ ਆਪਣਾ ਨਾਤਾ ਜੋੜ ਲਿਆ ਹੈ। ਫਨਾਹ ਚੰਦ ਰੋਜ਼ਾ ਨਾ ਕਾਇਮ ਰਹੇ ਹੋ। ਦਾਰਾ ਸ਼ਿਕੋ, ਇਹ ਦੁਨੀਆ ਦਾ ਚੰਦ ਰੋਜ਼ਾ ਹੈ, ਅੱਜ ਹੈ ਕੱਲ ਕਾਇਮ ਨਹੀਂ ਰਹਿਣੀ। ਜੋ ਅੱਜ ਹੈ ਉਹ ਕੱਲ ਨਹੀਂ ਰਹਿਣੀ, ਜੋ ਕੱਲ ਸੀ ਉਹ ਅੱਜ ਕੋਈ ਨਹੀਂ, ਤੇ ਜੋ ਕੱਲ ਆਵੇਗਾ ਉਹ ਪਰਸੋਂ ਨੂੰ ਬਦਲ ਜਾਏਗਾ। ਇਹ ਸੰਸਾਰ ਦੀ ਹਰ ਚੀਜ਼ ਛਿਣ ਛਿਣ, ਪ੍ਰਤੀ ਛਿਣ, ਮਿੰਟ ਮਿੰਟ, ਸਕਿੰਟ ਸਕਿੰਟ ਬਦਲ ਰਹੀ ਹੈ। ਇੱਥੇ ਕੋਈ ਵੀ ਚੀਜ਼ ਟਿਕਦੀ ਨਹੀਂ। ਨਦੀ ਦਾ ਪਾਣੀ ਪਿੱਛੋਂ ਆ ਰਿਹਾ, ਅੱਗੇ ਜਾ ਰਿਹਾ, ਕਿਤੇ ਖੜਦਾ ਨਹੀਂ ਹੈ। ਹਾਂਜੀ। ਚੌਪਈ ਸ਼੍ਰੀ ਸਤਿਗੁਰੂ ਲਿਖ ਪਠਿਓ ਜਵਾਬ। ਇਹ ਜਵਾਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਰਾ ਸ਼ਿਕੋ ਦੀ ਚਿੱਠੀ ਦਾ ਲਿਖ ਕੇ ਭੇਜਿਆ। ਦਾਰ ਸ਼ਿਕੋਹ ਸੁ ਗਇਓ ਸ਼ਤਾਬ। ਜਦੋਂ ਦਾਰਾ ਸ਼ਿਕੋ ਕੋਲ ਇਹ ਪੱਤਰਕਾ ਪਹੁੰਚੀ, ਉਹ ਪੜ੍ਹ ਕੇ ਬੜਾ ਹੀ ਪ੍ਰਸੰਨ ਹੋਇਆ ਸੀ, ਬੜਾ ਪ੍ਰਭਾਵਿਤ ਹੋਇਆ ਸੀ। ਉਹਨੂੰ ਇਦਾਂ ਲੱਗਾ ਸੀ ਵੀ ਮੈਨੂੰ ਰੱਬ ਨੇ ਯਾਦ ਕੀਤਾ, ਮੈਨੂੰ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਤੇ ਮੈਂ ਜ਼ਿੰਦਗੀ 'ਚ ਜ਼ਰੂਰ ਸਮਾਂ ਬਣਿਆ ਤੇ ਦਰਸ਼ਨ ਕਰਾਂਗਾ। ਪੜ੍ਹ ਕਰ ਮਹਾ ਆਨੰਦ ਕੋ ਪਾਇਓ। ਦਾਰਾ ਸ਼ਿਕੋ ਬਾਦਸ਼ਾਹ ਹਿੰਦੁਸਤਾਨ ਦਾ ਵਲੀ ਹੈ, ਬੜਾ ਖੁਸ਼ ਹੋਇਆ ਸੀ 7ਵੇਂ ਪਾਤਸ਼ਾਹ ਦੀ ਚਿੱਠੀ ਪੜ੍ਹ ਕੇ, ਹੁਕਮਨਾਮਾ ਪੜ੍ਹ ਕੇ। ਮਨਹੁ ਰੰਕ ਸੁਰ ਤਰ ਕਰ ਆਇਓ। ਇੰਨਾ ਖੁਸ਼ ਹੋਇਆ ਸੀ ਜਿਵੇਂ ਕਿਸੇ ਜਨਮ ਜਾਤ ਭਿਖਾਰੀ ਗਰੀਬ ਆਦਮੀ ਦੇ ਘਰ
ਕਲਪ ਬਿਰਛ ਲੱਗ ਗਿਆ ਹੋਵੇ। ਪਾਰਜਾਤ ਜਾਂ ਕਲਪ ਬਿਰਛ ਦੇਵਤਿਆਂ ਦਾ ਬਿਰਛ ਹੈ। ਉਹਦੀ ਬਾਣੀ ਵਿੱਚ ਬਹੁਤ ਜਗ੍ਹਾ ਤੇ ਮਹਾਰਾਜ ਨੇ ਕਥਾ ਲਿਖੀ ਹੈ। ਪਾਰਜਾਤ ਗੋਪੀ ਲੈ ਆਇਆ, ਬਿੰਦਰਾ ਬਣ ਮੈਂ ਰੰਗ ਕੀਆ। ਕਹਿੰਦੇ ਨੇ ਉਹਦੀ ਖੂਬੀ ਇਹ ਹੈ ਵੀ ਉਹਦੇ ਕੋਲ ਜਾ ਕੇ ਜਿਹੜਾ ਵੀ ਫਲ ਮੰਗੋ ਉਹੀ ਫਲ ਦੇ ਦਿੰਦਾ। ਹੁਣ ਅੰਬ ਦੇ ਬੂਟੇ ਕੋਲੋਂ ਅੰਬ ਦਾ ਮਿਲ ਸਕਦੇ ਆ, ਸੇਬ ਨਹੀਂ ਮਿਲਦੇ। ਬੇਰ ਦੇ ਬੂਟੇ ਕੋਲੋਂ ਸਾਨੂੰ ਸਾਧ ਸੰਗਤ ਜੀ ਕੇਲੇ ਨਹੀਂ ਮਿਲਦੇ। ਕੇਲਿਆਂ ਦੇ ਕੋਲੋਂ ਆਪਾਂ ਨੂੰ ਕਹੀਏ ਵੀ ਨਾਰੀਅਲ ਮਿਲ ਜਾਣ, ਨਹੀਂ ਮਿਲਦੇ। ਪਰ ਉਹਦੇ ਕੋਲ ਸਾਰੇ ਹੀ ਫਲ ਇੱਕੋ ਬੂਟੇ ਕੋਲੋਂ ਮਿਲਦੇ ਆ। ਤੇ ਪਾਰਜਾਤ ਉਹਦਾ ਨਾਮ ਹੈ। ਕਲਪ ਬਿਰਛ ਵੀ ਉਹਨੂੰ ਕਹਿੰਦੇ ਨੇ। ਕਲਪਨਾ ਪੂਰੀ ਕਰ ਦਿੰਦਾ। ਜੋ ਵੀ ਕੋਲ ਬਹਿ ਕੇ ਕਲਪਨਾ ਕਰੋ ਨਾ, ਉਹੀ ਚੀਜ਼ ਉੱਥੇ ਹਾਜ਼ਰ ਹੈ। ਇਕੱਲੇ ਫਲ ਹੀ ਨਹੀਂ, ਦੁੱਧ ਪੁੱਤ ਜੋ ਮੰਗੋ ਮਿਲ ਜਾਂਦਾ। ਪਰ ਸਾਰਿਆਂ ਨੂੰ ਕਲਪ ਬਿਰਛ ਮਿਲਦਾ ਨਹੀਂ। ਕ੍ਰਿਸ਼ਨ ਜੀ ਦੀ ਘਰ ਵਾਲੀ 7 ਭਾਵਾਂ ਜਿੱਦ ਕਰ ਬੈਠੀ, ਮੈਨੂੰ ਕਲਪ ਬਿਰਛ ਲਿਆ ਕੇ ਦਿਓ। ਤੇ ਭਗਵਾਨ ਗਏ ਸਨ ਸਵਰਗ, ਇੰਦਰ ਨਾਲ ਯੁੱਧ ਵੀ ਹੋਇਆ ਸੀ, ਉੱਥੋਂ ਲੈ ਕੇ ਵੀ ਆਏ ਸਨ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ, ਪਾਰਜਾਤ ਗੋਪੀ ਲੈ ਆਇਆ। ਗੋਪੀ ਦੇ 7 ਭਾਵਾਂ ਦੇ ਵਾਸਤੇ ਪਾਰਜਾਤ ਲੈ ਆਇਆ। ਬਿੰਦਰਾ ਬਣ ਮੈਂ ਰੰਗ ਕੀਆ। ਬਿੰਦਰਾ ਬਣ ਵਿੱਚ ਰੰਗ ਤਮਾਸ਼ੇ ਕੀਤੇ ਕ੍ਰਿਸ਼ਨ ਜੀ ਨੇ। ਯਾਨੀ ਕ੍ਰਿਸ਼ਨ ਜੀ ਵਰਗੇ ਅਵਤਾਰੀ ਪੁਰਸ਼ਾਂ ਦੇ ਲਈ ਵੀ ਕਲਪ ਬਿਰਛ ਔਖਾ ਹੈ ਦੁਨੀਆ ਤੇ ਲਿਆਉਣਾ। ਸਾਡੇ ਵਰਗਿਆਂ ਨੂੰ ਤਾਂ ਕਿੱਥੇ ਮਿਲਣਾ। ਪਰ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਇਹ ਜਿਹੜਾ ਨਾਮ ਰੂਪੀ ਗੁਰੂ ਗ੍ਰੰਥ ਸਾਹਿਬ ਰੂਪੀ ਕਲਪ ਬਿਰਛ ਲਿਆ ਕੇ ਸਾਡੇ ਵਿਹੜੇ 'ਚ ਲਾ ਦਿੱਤਾ ਹੈ। ਇਹਦੇ ਕੋਲੋਂ ਸਾਰੇ ਹੀ ਫਲ ਮਿਲ ਜਾਂਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਬਾਣੀ ਦਾ ਜਿਹੜਾ ਕਲਪ ਬਿਰਛ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਗੁਰੂ ਗ੍ਰੰਥ ਸਾਹਿਬ ਕਲਪ ਬਿਰਛ ਹੈ। ਇਹਦੇ ਕੋਲੋਂ ਦੁੱਧ ਮੰਗੋ ਦੁੱਧ ਮਿਲਦਾ, ਪੁੱਤ ਮੰਗੋ ਪੁੱਤ ਮਿਲਦਾ, ਮੁਕਤੀ ਮੰਗੋ ਤੇ ਮੁਕਤੀ ਮਿਲ ਜਾਂਦੀ ਹੈ, ਭੁਗਤੀ ਮੰਗੋ ਤੇ ਭੁਗਤੀ ਮਿਲ ਜਾਂਦੀ ਹੈ। ਜੋ ਵੀ ਮੰਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ। ਇਸ ਕਰਕੇ ਬਾਣੀ ਚਾਹੁੰਦਾ ਹੈ, ਪਾਰ ਜਾਤ ਹਰ ਹਰ ਰੁੱਖ। ਕਹਿੰਦੇ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਇਹ ਪਾਰ ਜਾਤ ਰੁੱਖ ਹੈ। ਸੋ ਸਾਧ ਸੰਗਤ ਜੀ, ਇੰਨੀ ਖੁਸ਼ੀ ਰਾਜਾ ਸ਼ਿਕੋ ਨੂੰ ਹੋਈ ਹੈ ਵੀ ਮਾਨੋ ਉਹਦੇ ਵਿਹੜੇ 'ਚ ਕਲਪ ਬਿਰਛ ਹੀ ਲੱਗ ਗਿਆ। ਜਦ ਗੁਰੂ ਸਾਹਿਬ ਦੀ ਚਿੱਠੀ ਆਈ ਹੈ, ਜਿਨ ਕੇ ਬਚਨ ਸਦਾ ਹੈ ਸਾਚੇ। ਜਿਨ੍ਹਾਂ ਮਹਾਂਪੁਰਸ਼ਾਂ ਦੇ ਬਚਨ ਝੂਠੇ ਹੁੰਦੇ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਮਾਲਕ ਹਨ ਸਤਿਗੁਰੂ 7ਵੇਂ ਪਾਤਸ਼ਾਹ ਜੀ। ਉਹਨਾਂ ਨੇ ਕਹਿ ਦਿੱਤਾ ਵੀ ਤੇਰਾ ਕੰਮ ਬਣ ਚੁੱਕਾ, ਤੂੰ ਪਾਰ ਲੰਘ ਗਿਆ, ਹੁਣ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ। ਤੇਰੀ 84 ਕੱਟੀ ਗਈ ਹੈ। ਜਿੱਥੇ ਤੂੰ ਪਹੁੰਚ ਗਿਆ ਉੱਥੇ ਨਾ ਜੰਮਣ ਹੈ, ਨਾ ਮਰਨ ਹੈ, ਨਾ ਨਰਕ ਹੈ, ਨਾ ਸੁਰਗ ਹੈ। ਹਮਰੇ ਬੜਿਆਂ ਸੰਗ ਉਬਾਚੇ। ਹਾਂ, ਨਾਲੇ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਾਡੇ ਵੱਡਿਆਂ ਨੂੰ ਵਰਦਾਨ ਦਿੱਤੇ ਸਨ। ਬਾਦਸ਼ਾਹ ਬਾਬਰ ਨੂੰ ਵਰ ਦਿੱਤਾ ਸੀ 7 ਪੁਸਤਾਂ ਦਾ, ਉਹ ਵੀ ਪੂਰਾ ਹੋ ਰਿਹਾ। ਫਿਰ ਬਾਦਸ਼ਾਹ ਹਮਾਯੂੰ ਨੂੰ ਗੁਰੂ ਅੰਗਦ ਦੇਵ ਜੀ ਨੇ ਕਿਰਪਾ ਕੀਤੀ, ਉਹ ਵੀ ਬਚਨ ਸੱਚ ਹੋਇਆ। ਫਿਰ ਅਕਬਰ ਬਾਦਸ਼ਾਹ ਨੂੰ ਗੁਰੂ ਅਮਰਦਾਸ ਜੀ ਨੇ ਚਿਤੌੜਗੜ੍ਹ ਦੇ ਟੁੱਟਣ ਦਾ ਜੋ ਵਰ ਦਿੱਤਾ, ਉਹ ਵੀ ਪੂਰਾ ਹੋਇਆ। ਜਿਹੜੇ ਜਿਹੜੇ ਵੀ ਬਚਨ ਇਸ ਗੱਦੀ ਤੋਂ ਸਾਡੇ ਪਿਤਾ ਦਾਦੇ ਪੜਦਾਦਿਆਂ ਵਾਸਤੇ ਹੋਏ ਨੇ, ਉਹ ਪੂਰੇ ਹੀ ਹੋਏ ਨੇ। ਭਏ ਤਥਾ ਨਹਿ ਮਿਟਹਿ ਕਦਾਈ। ਉਹ ਬਚਨ ਉਦਾਂ ਹੀ ਹੋਏ ਨੇ, ਕਦੀ ਮਿਟੇ ਨਹੀਂ। ਕੋਈ ਉਹਨਾਂ ਬਚਨਾਂ ਨੂੰ ਮਿਟਾ ਨਹੀਂ ਸਕਿਆ। ਜਗ ਮਹਿ ਨਰ ਲੱਖ ਪਤਿਆਈ। ਲੱਖਾਂ ਲੋਕ ਅਜਮਾ ਵੀ ਚੁੱਕੇ ਨੇ ਇਹਨਾਂ ਗੱਲਾਂ ਨੂੰ। ਲੱਖਾਂ ਲੋਕਾਂ ਨੇ ਪਤਿਆ ਕੇ ਦੇਖਿਆ ਹੈ ਕਿ ਗੁਰੂ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਬੋਲ ਕਦੀ ਵੀ ਖਾਲੀ ਨਹੀਂ ਗਏ। ਜੋ ਵੀ ਕਿਸੇ ਨੂੰ ਕਹਿਤਾ। ਇੱਕ ਮੁੰਡਾ ਕਾਬਲ ਦੇ ਇਲਾਕੇ 'ਚ ਬਹੁਤ ਗਰੀਬ ਤੇ ਖੇਤਾਂ ਦੇ ਵਿੱਚ ਹੋਲਾਂ ਜਿਹੜੇ ਛੋਲੀਏ ਚਣਾ ਬੀਜਿਆ ਹੁੰਦਾ ਨਾ, ਉਹ ਸੀਗੇ। ਤੇ ਮਹਾਰਾਜ ਜਾਂਦੇ ਪਏ, ਭਾਈ ਬਾਲਾ ਮਰਦਾਨਾ ਉਹਦੇ ਖੇਤਾਂ 'ਚ ਬੈਠ ਗਏ। ਉਹ ਮੁੰਡਾ ਆਇਆ ਤੇ ਆ ਕੇ ਮਹਾਰਾਜ ਨੂੰ ਉਹਨੇ ਮੱਥਾ ਟੇਕਿਆ। ਛੋਟਾ ਜਿਹਾ ਬੱਚਾ ਸੀ 12 ਕੁ ਸਾਲ ਦਾ। ਤੇ ਫਿਰ ਉਹਨੇ ਸੋਚਿਆ ਵੀ ਮਹਾਰਾਜ ਨੂੰ ਕੁਛ ਛਕਾਵਾਂ। ਆਪਣੇ ਖੇਤ 'ਚੋਂ ਚਣਿਆਂ ਦੇ ਬੂਟੇ ਪੱਟ ਕੇ ਉਹ ਅੱਗ ਬਾਲ ਕੇ ਭੁੰਨ ਕੇ ਤੇ ਹੋਲਾਂ ਛਕਾਈਆਂ। ਫਿਰ ਕਹਿੰਦਾ ਮਹਾਰਾਜ ਜੀ ਤੁਸੀਂ ਬੈਠੋ ਤੇ ਮੈਂ ਘਰ ਜਾਣਾ, ਮੇਰੀ ਮਾਤਾ ਪ੍ਰਸ਼ਾਦਾ ਬਣਾਉਂਦੀ, ਮੈਂ ਲੈ ਕੇ ਆਉਣਾ, ਤੁਹਾਨੂੰ ਪ੍ਰਸ਼ਾਦਾ ਵੀ ਛਕਾਵਾਂਗਾ। ਤੇ ਸਤਿਗੁਰੂ ਨੇ ਉਹਦੀ ਬਾਂਹ ਫੜ ਲਈ ਤੇ ਬਾਂਹ ਫੜ ਕੇ ਨਾਲ ਹੀ ਬਚਨ ਕਰਤਾ, ਸੱਥਰ ਤੇਰਾ ਲੇਫ ਨਿਹਾਲੀ ਭਾਉ ਤੇਰਾ ਭਗਵਾਨ।
ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਕਹਿੰਦੇ ਤੇਰਾ ਜਿਹੜਾ ਘਾਹ ਹੈ ਨਾ ਥੱਲੇ, ਇਹੀ ਸਾਡੇ ਲਈ ਰਜਾਈ ਤੁਲਾਈ ਹੈ, ਤੇਰਾ ਪ੍ਰੇਮ ਹੀ ਸਾਡੇ ਲਈ ਪਕਵਾਨ ਹੈ, ਪੱਕਾ ਖਾਣਾ, ਤੇ ਸਾਨੂੰ ਤੇ ਸਿਫਤ ਵਾਹਿਗੁਰੂ ਦੀ ਨੇ ਰਜਾਇਆ ਹੋਇਆ, ਤੂੰ ਆ ਜਾ ਬਹਿ ਜਾ ਸੁਲਤਾਨ। ਉਹਨੂੰ ਸੁਲਤਾਨ ਕਹਿਤਾ। ਮਰਦਾਨਾ ਕਹਿੰਦਾ ਮਹਾਰਾਜ ਬੱਚਾ ਇਹਨੇ ਵਿੱਚ ਹੋਲਾਂ ਹੀ ਖਵਾਈਆਂ, ਵਰ ਤੁਸੀਂ ਵੱਡਾ ਦੇ ਦਿੱਤਾ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਇਹਦੀ ਪਿਛਲੇ ਜਨਮਾਂ ਦੀ ਭਗਤੀ ਸੀ, ਹੁਣ ਬਚਨ ਹੋਣਾ ਸੀ। ਉਧਰੋਂ ਕਾਬਲ ਦਾ ਰਾਜਾ ਮਰ ਗਿਆ। ਰਾਜਾ ਮਰ ਗਿਆ, ਉਹਦਾ ਬੱਚਾ ਕੋਈ ਨਹੀਂ ਸੀ। ਜਦੋਂ ਕਿਸੇ ਰਾਜੇ ਦਾ ਬੱਚਾ ਨਹੀਂ ਸੀ ਹੁੰਦਾ ਤੇ ਉਹ ਕੀ ਕਰਦੇ ਸੀ, ਸ਼ਹਿਰ ਨੂੰ ਤਾਲਾ ਮਾਰ ਦਿੰਦੇ ਸੀ, ਗੇਟ ਨੂੰ ਵੱਡੇ ਨੂੰ। ਜਿਹੜਾ ਕੋਈ ਆ ਕੇ ਗੇਟ ਨੂੰ ਹੱਥ ਲਾਵੇ, ਜਿਹਦੇ ਗੇਟ ਹੱਥ ਨਾਲ ਤਾਲਾ ਖੁੱਲ ਜੇ, ਉਹਨੂੰ ਰਾਜਾ ਬਣਾ ਦਿੰਦੇ ਸੀ। ਉਧਰੋਂ ਰਾਜਾ ਮਰ ਗਿਆ, ਉਹਨਾਂ ਨੇ ਗੇਟ ਨੂੰ ਤਾਲਾ ਲਾਤਾ। ਸਵੇਰੇ ਉਹ ਮੁੰਡਾ ਕਿਸੇ ਕੰਮ ਸ਼ਹਿਰ ਵੱਲ ਦੌੜਿਆ ਗਿਆ, ਪਹਿਲਾਂ ਹੀ ਉਹਦਾ ਹੱਥ ਲੱਗਾ, ਤਾਲਾ ਖੁੱਲ ਗਿਆ। ਅਗਲੇ ਦਿਨ ਉੱਥੋਂ ਦਾ ਬਾਦਸ਼ਾਹ ਬਣ ਗਿਆ। ਇਹ ਤੇ ਗੁਰੂ ਨਾਨਕ ਦੀਆਂ ਵਡਿਆਈਆਂ, ਜਿਹਨੇ ਘਾਹ ਚੁਗਦਿਆਂ ਨੂੰ ਤੇ ਗਰੀਬਾਂ ਨੂੰ ਬਾਦਸ਼ਾਹੀਆਂ ਦਿੱਤੀਆਂ ਹੋਣ। ਐਸੇ ਬਾਬੇ ਨਾਨਕ ਦੀ ਗੱਦੀ ਤੋਂ ਦਾਰਾ ਸ਼ਿਕੋ ਨੂੰ ਇਹ ਵਰ ਮਿਲਿਆ ਹੈ ਵੀ ਤੂੰ ਮੁਕਤ ਹੈ, ਤਾਂ ਉਹ ਫਿਰ ਖੁਸ਼ ਤਾਂ ਹੋਣਾ ਹੀ ਹੈ ਉਸਨੇ। ਹਾਂਜੀ, ਦੀਨ ਸਦੀਨ ਸਰਤਨਤ ਮੋਹ। ਹਾਂ, ਮੈਨੂੰ ਦੀਨ ਦੀ ਬਾਦਸ਼ਾਹੀ ਦੇਤੀ। ਮੇਰੇ ਦਾਦੇ ਪੜਦਾਦਿਆਂ ਨੂੰ ਦੁਨੀਆ ਦੀ ਬਾਦਸ਼ਾਹੀ ਦਿੱਤੀ ਸੀ, ਬਾਬਰ ਨੂੰ, ਪਰ ਧੰਨ ਗੁਰੂ ਹਰਿਰਾਏ ਸਾਹਿਬ ਜੀ ਨੇ ਮੈਨੂੰ ਦੀਨ ਦੀ ਬਾਦਸ਼ਾਹੀ, ਧਰਮ ਦੀ ਬਾਦਸ਼ਾਹੀ ਦਿੱਤੀ ਹੈ। ਪਿਛਲੇ ਬਾਦਸ਼ਾਹਾਂ ਨਾਲੋਂ ਵੀ ਮੈਂ ਕਰਮਾਂ ਵਾਲਾ ਹਾਂ, ਜਿਹੜੀ ਮੈਨੂੰ ਰੂਹਾਨੀਅਤ ਦੀ ਬਾਦਸ਼ਾਹੀ ਦਿੱਤੀ ਹੈ। ਅਬ ਚਲ ਪਦ ਮਹਿ ਪ੍ਰਾਪਤ ਹੋਹੁ। ਅਬ ਚਲ ਪਦਵੀ, ਜਿਹੜੀ ਚਲਾਏ ਮਾਨ ਨਾ ਹੋਵੇ। ਜਿਹੜੀ ਦੁਨੀਆ ਦੀਆਂ ਪਦਵੀਆਂ ਨੇ ਇੱਧਰ ਉੱਧਰ ਬਦਲ ਜਾਂਦੀਆਂ, ਅੱਜ ਰਾਜੇ ਕੱਲ ਭਿਖਾਰੀ, ਇਹ ਤਾਂ ਝੂਠੀਆਂ ਨੇ। ਪਰ ਜਿਹੜੀ ਦੀਨ ਦੀ ਬਾਦਸ਼ਾਹੀ ਹੈ, ਜੋ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੁੰਦੀ ਹੈ, ਉਹ ਕਦੀ ਚਲਾਏ ਮਾਨ ਨਹੀਂ ਹੁੰਦੀ, ਸਦਾ ਹੀ ਬਣੀ ਰਹਿੰਦੀ ਹੈ। ਸਦਾ ਹੀ ਉਹਨਾਂ ਦਾ ਨਿਹਚਲ ਰਾਜ, ਸਦਾ ਹਰ ਘੇਰਾ, ਨਾ ਆਵੇ ਨਾ ਜਾਏ। ਉਹ ਪਰਮੇਸ਼ਰ ਦਾ ਰਾਜ ਨਿਹਚਲ ਹੈ, ਆਉਂਦਾ ਜਾਂਦਾ ਨਹੀਂ। ਉਹਦੇ ਭਗਤਾਂ ਨੂੰ ਵੀ ਉਹਦੇ ਰਾਜ ਵਿੱਚ ਆਨੰਦ ਹੀ ਰਹਿੰਦਾ ਹੈ। ਅਬ ਨਿਸ਼ਚਾ ਪ੍ਰਾਪਤ ਮਨ ਮੇਰੇ। ਹਾਂ, ਦਾਰਾ ਸ਼ਿਕੋ ਜੀ ਬੜੇ ਖੁਸ਼ ਹੋਏ। ਕਹਿੰਦੇ ਹੁਣ ਮੇਰੇ ਮਨ 'ਚ ਨਿਸ਼ਚਾ ਹੋ ਗਿਆ ਵੀ ਹੁਣ ਮੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਤਿਗੁਰ ਬਾਕ ਭਨੇ ਜਿਸ ਬੇਰੇ। ਜਦੋਂ ਗੁਰੂ ਸਾਹਿਬ ਨੇ ਵਰ ਦਿੱਤੇ, ਫਿਰ ਬਾਕੀ ਕਸਰ ਕੀ ਰਹਿ ਗਈ, ਸਾਰਾ ਕੁਝ ਹੀ ਮਿਲ ਗਿਆ। ਭਇਓ ਰੋਗ ਜਬ ਮਨ ਤਨ ਮਾਹੀ। ਹਾਂ, ਜਦੋਂ ਮਨ ਤੇ ਤਨ ਵਿੱਚ ਰੋਗ ਹੋਇਆ, ਪਠੀ ਹਰੜ 14 ਸਿਰਸਾਹੀ। ਉਦੋਂ ਸਾਧ ਸੰਗਤ ਜੀ ਮਹਾਰਾਜ ਨੇ ਫਿਰ ਇਹਨੂੰ 14 ਸਿਰਸਾਈ ਦੀ ਜਿਹੜੀ ਹਰੜ ਸੀ ਉਹ ਭੇਜੀ ਸੀ। ਕਿਵੇਂ ਰੋਗ ਹੋਇਆ ਸੀ, ਪਿੱਛੇ ਆਪਾਂ ਕਥਾ ਸੁਣੀ ਚੁੱਕੇ ਹਾਂ ਵੀ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦੇ ਵਾਲ ਕੁਤਰਾ ਕਰਕੇ ਚਾਵਲਾਂ ਵਿੱਚ ਪਵਾ ਕੇ ਨੌਕਰਾਂ ਦੇ ਕੋਲੋਂ ਇਹ ਦਾਰਾ ਸ਼ਿਕੋ ਨੂੰ ਖਵਾ ਦਿੱਤੇ ਸਨ। ਸ਼ੇਰ ਦੀ ਮੁੱਛ ਦੇ ਵਾਲ ਬੜੇ ਭਿਆਨਕ ਹੁੰਦੇ ਨੇ। ਉਹ ਜਦੋਂ ਬਰੀਕ ਬਰੀਕ ਅੰਦਰ ਚਲੇ ਗਏ, ਜਿੱਥੇ ਜਿੱਥੇ ਸਾਡੇ ਸਰੀਰ ਦੀਆਂ ਨਾੜੀਆਂ ਹੁੰਦੀਆਂ ਨੇ, ਲੀਵਰ ਹੈ, ਹਾਰਟ ਹੈ, ਦਿਲ, ਹੋਰ ਜਿੱਥੇ ਜਿੱਥੇ ਬੜੇ ਕੋਮਲ ਪਾਰਟ ਨੇ ਸਾਡੇ ਸਰੀਰ ਦੇ ਅੰਦਰ, ਉਹਨਾਂ ਸਾਰਿਆਂ 'ਤੇ ਜ਼ਖਮ ਕਰ ਦਿੰਦੇ, ਪਾੜ ਪਾ ਦਿੰਦੇ। ਅਤੇ ਉਹਦੇ ਨਾਲ ਉਹਦਾ ਇਲਾਜ ਵੀ ਕੋਈ ਨਹੀਂ ਸੀ ਹੋ ਰਿਹਾ। ਬੜੇ ਬੜੇ ਹਕੀਮ ਵੈਦ ਜ਼ੋਰ ਲਾ ਥੱਕੇ ਸਨ। ਫਿਰ ਉਹਨਾਂ ਨੇ ਕਿਹਾ ਸੀ ਵੀ ਮਾਸੇ ਦਾ ਲੌਂਗ ਤੇ 14 ਸਿਰਸਾਈ 28 ਤੋਲੇ ਦੀ ਹਰੜ ਹੋਵੇ, ਜਾਨ ਬਚ ਸਕਦੀ ਹੈ। ਸਾਰੇ ਹਿੰਦੁਸਤਾਨ 'ਚ ਜਿੱਥੇ ਜਿੱਥੇ ਹਰੜਾਂ ਪੈਦਾ ਹੁੰਦੀਆਂ, ਉੱਥੇ ਉੱਥੇ ਬੰਦੇ ਭੇਜੇ ਗਏ। ਇਹ ਚੀਜ਼ਾਂ ਨਹੀਂ ਮਿਲੀਆਂ, ਫਿਰ ਗੁਰੂ ਘਰ ਤੋਂ ਮਿਲੀਆਂ ਸਨ। 7ਵੇਂ ਪਾਤਸ਼ਾਹ ਦੀ ਕਿਰਪਾ ਨਾਲ ਦੋਵੇਂ ਚੀਜ਼ਾਂ ਉਹਨੂੰ ਮਿਲੀਆਂ, ਉਹਦੀ ਜਾਨ ਬਚ ਗਈ ਸੀ। ਹਾਂਜੀ, ਲੌਂਗ ਰੋ ਮੁਕਤਾ ਦੀਨਸ ਐਸੇ। ਔਰ ਲੌਂਗ ਵੀ ਤੇ ਹਰੜ ਵੀ ਦਿੱਤੀ, ਤੇ ਨਾਲ ਗਜ ਮੋਤੀ ਵੇਖਣ ਲਈ ਬਾਦਸ਼ਾਹ ਨੇ ਮੰਗਾਇਆ ਸੀ, ਉਹ ਵੀ ਭੇਜਿਆ ਸਤਿਗੁਰੂ 7ਵੇਂ ਪਾਤਸ਼ਾਹ ਜੀ ਨੇ। ਖੋਜੇ ਜਗ ਪਾਈ ਇਹ ਨਹ ਤੈਸੇ। ਜਿਹੜੀ ਚੀਜ਼ ਲੱਭਿਆ ਸੰਸਾਰ ਤੋਂ ਨਹੀਂ ਸੀ ਲੱਭਦੀ, ਕਿਤੋਂ ਨਹੀਂ ਸੀ ਲੱਭੀ, ਗੁਰੂ ਘਰ ਚੋਂ ਲੱਭ ਗਈ। ਜਿਨ ਕੀ ਸਤ ਕੀਰਤ ਦਿਸ਼ਚਾਰੀ। ਜਿਨ੍ਹਾਂ ਦੀ ਸੱਚੀ ਕੀਰਤੀ ਚਾਰੇ ਪਾਸੇ ਪਸਰੀ ਹੋਈ ਹੈ, ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ। ਸੰਤ ਮਹੰਤਨ ਮਹਿ ਬਿਸਤਾਰੀ। ਸੰਤਾਂ ਮਹਾਤਮਾ ਵਿੱਚ ਸਭ ਤੋਂ ਵੱਡੇ ਗੁਰੂ ਸਾਹਿਬ ਜੀ ਹੀ ਹਨ। ਜਹ ਕਹਿ ਸੁਣੀ ਨਾ ਛਾਨੀ ਅਹ। ਇਹ ਗੱਲ ਸਾਰੇ ਮਹਾਂਪੁਰਸ਼ ਕਹਿੰਦੇ ਹਨ, ਇਹ ਗੱਲ ਲੁਕੀ ਛਿਪੀ ਨਹੀਂ ਹੈ। ਬ੍ਰਹਮ ਗਿਆਨੀ ਜਿਨ ਕੋ ਜਸ ਕਹੈ। ਵੱਡੇ ਵੱਡੇ ਬ੍ਰਹਮ ਗਿਆਨੀ ਸਾਈਂ ਮੀਆਂ ਮੀਰ ਜੀ ਵਰਗੇ ਵੀ ਗੁਰੂ ਦਾ ਜਸ ਕਰਦੇ ਆ। ਸਾਧ ਸੰਗਤ ਜੀ, ਜਿਹੜੇ
ਮਹਾਂਪੁਰਸ਼ ਬ੍ਰਹਮ ਗਿਆਨੀ ਸਹੀ ਮਾਇਨਿਆਂ ਵਿੱਚ ਮਹਾਤਮਾ ਹੁੰਦੇ ਹੈ। ਉਹ ਕਿਸੇ ਨਾਲ ਈਰਖਾ ਨਹੀਂ ਕਰਦੇ। ਉਹ ਭਾਵੇਂ ਬ੍ਰਹਮ ਗਿਆਨੀ ਕਿਸੇ ਧਰਮ ਦਾ ਹੋਵੇ, ਉਹਦਾ ਸਤਿਕਾਰ ਕਰਦੇ ਆ। ਤੇ ਜਿਹੜੇ ਸਾਡੇ ਵਰਗੇ ਹੁੰਦੇ ਆ, ਉਹ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਉਹ ਇਹ ਕਹਿਣਗੇ ਵੀ ਸਾਡੇ ਵਾਲੇ ਜਿਹੜੇ ਬ੍ਰਹਮ ਗਿਆਨੀ ਨੇ ਉਹ ਤਾਂ ਠੀਕ ਨੇ ਤੇ ਦੂਜਿਆਂ ਦੇ ਹੈ ਨਹੀਂ। ਇਹ ਤੰਗ ਦਿਲੀ ਦੀ ਸੋਚ ਹੁੰਦੀ ਹੈ। ਤੇ ਸਾਈਂ ਮੀਆਂ ਮੀਰ ਜੀ ਵਿੱਚ ਇਹ ਨਹੀਂ ਸੀਗੀ। ਉਹਨਾਂ ਨੇ ਬੇਬਾਕ ਹੋ ਕੇ ਕਹਿਤਾ ਵੀ ਗੁਰੂ ਹਰਗੋਬਿੰਦ ਸਾਹਿਬ ਖੁਦ ਖੁਦਾ ਦਾ ਨੂਰ ਹਨ, ਉਹਨਾਂ ਦੇ ਵਿੱਚ ਤੇ ਖੁਦਾ 'ਚ ਕੋਈ ਫਰਕ ਨਹੀਂ। ਇੰਨੀ ਗੱਲ ਕਹਿਣੀ ਇੱਕ ਮੁਸਲਮਾਨ ਵਾਸਤੇ ਬੜੀ ਔਖੀ ਹੈ, ਪਰ ਸਾਈਂ ਮੀਆਂ ਮੀਰ ਜੀ ਨੇ ਕੋਈ ਝਿਜਕ ਨਹੀਂ ਰੱਖੀ। ਇਹ ਗੱਲ ਕਹਿੰਦੇ ਸ਼ਾਹਜਹਾਨ ਦੇ ਮੂੰਹ ਤੇ ਕਹਿਤੀ ਸੀ। ਸਤਿਗੁਰੂ ਜੀ ਦੀ ਵੱਡੀ ਵਡਿਆਈ ਨੂੰ ਦਾਰਾ ਸ਼ਿਕੋ ਜਾਣ ਚੁੱਕਾ ਹੈ। ਮੌਲਾ ਪਾਕ ਮਿਹਰ ਜਬ ਧਰੈ, ਸੋਚਦਾ ਹੈ ਜਦੋਂ ਉਹ ਮੌਲਾ ਪਾਕ ਖੁਦਾ ਬੰਦ ਕਰੀਮ ਮਿਹਰ ਕਰਦਾ ਹੈ, ਤਬ ਸਤਿਗੁਰ ਕੋ ਦਰਸ਼ਨ ਕਰੈ। ਉਦੋਂ ਬੰਦੇ ਨੂੰ ਗੁਰੂ ਦੇ ਦਰਸ਼ਨ ਹੁੰਦੇ ਆ। ਇਮਚਿਤ ਵਤ ਬੀਤਿਓ ਚਿਰਕਾਲ, ਇਸ ਤਰ੍ਹਾਂ ਬੜਾ ਚਿਰ ਬੀਤ ਗਿਆ। ਚਿੱਠੀ ਪੱਤਰ ਤਾਂ ਚੱਲਦਾ ਰਿਹਾ, ਪਰ ਦਾਰਾ ਸ਼ਿਕੋ ਨੂੰ ਕੀਰਤਪੁਰ ਸਾਹਿਬ ਆਉਣ ਦਾ ਮੌਕਾ ਨਹੀਂ ਮਿਲਿਆ। ਬਾਹਰ ਜੰਗ ਪਾ ਨੌ ਰੰਗ ਨਾਲ, ਫਿਰ ਉਹਦਾ ਚੰਬਲ ਦੀ ਘਾਟੀ, ਆਗਰੇ ਦੇ ਕੋਲ ਧੌਲਪੁਰ, ਗਵਾਲੀਅਰ ਦੇ ਕੋਲ ਔਰੰਗਜ਼ੇਬ ਨਾਲ ਜੰਗ ਹੋਇਆ, ਜਿਹੜੀ ਕਥਾ ਆਪਾਂ ਪਿੱਛੇ ਸੁਣ ਚੁੱਕੇ ਹਾਂ। ਸ੍ਰੀਨਗਰ ਤੇ ਚੱਲ ਕਰ ਆਇਓ, ਉਥੋਂ ਜੰਗ ਚੋਂ ਹਾਰ ਕੇ ਉਹ ਦੌੜ ਕੇ ਦਿੱਲੀ ਆਇਆ। ਤੇ ਦਿੱਲੀ ਤੋਂ ਸ੍ਰੀਨਗਰ ਗੜਵਾਲ, ਦੋ ਨੇ ਸ੍ਰੀਨਗਰ ਨੇ, ਇੱਕ ਜੰਮੂ ਕਸ਼ਮੀਰ ਵੱਲ ਸ੍ਰੀਨਗਰ ਹੈ, ਉਹ ਨਹੀਂ, ਜਿਹੜਾ ਹੇਮਕੁੰਡ ਸਾਹਿਬ ਦੇ ਰਸਤੇ 'ਚ ਸ੍ਰੀਨਗਰ ਹੈ, ਉੱਥੇ ਦਾਰਾ ਸ਼ਿਕੋ ਗਿਆ। ਪਰ ਉੱਥੋਂ ਦੇ ਰਾਜੇ ਨੇ, ਪਹਾੜੀ ਰਾਜੇ ਗੜਵਾਲ ਦੇ ਨੇ, ਟੀਰੀ ਗੜਵਾਲ ਦੇ ਰਾਜੇ ਨੇ, ਸ੍ਰੀਨਗਰ ਦੇ ਰਾਜੇ ਨੇ ਮਹੀਨਾ 15 ਦਿਨ ਤਾਂ ਸੇਵਾ ਕੀਤੀ। ਫਿਰ ਉਹਨੇ ਆਖਿਆ ਵੀ ਇੰਨੇ 5000 ਫੌਜ ਨੂੰ ਅਸੀਂ ਖਰਚਾ ਨਹੀਂ ਦੇ ਸਕਦੇ। ਪਹਾੜ ਦਾ ਇਲਾਕਾ ਹੈ, ਰਾਸ਼ਨ ਪਾਣੀ ਪੂਰਾ ਨਹੀਂ ਪੈਂਦਾ, ਘਾਹ ਪੱਠਾ ਪੂਰਾ ਨਹੀਂ ਹੁੰਦਾ ਘੋੜਿਆਂ ਵਾਸਤੇ। ਸੋ ਉੱਥੋਂ ਚੱਲ ਕੇ ਪਹਾੜੋਂ ਪਹਾੜੀ ਹੁੰਦਾ ਹੋਇਆ ਥੱਲੇ ਮੈਦਾਨ 'ਚ ਨਹੀਂ ਆਇਆ, ਪਹਾੜੀ ਤੋਂ ਲੰਘਦਾ ਸ੍ਰੀ ਕੀਰਤਪੁਰ ਸਾਹਿਬ ਥਾਂ ਤੇ ਮੈਦਾਨ ਵਿੱਚ ਨਿਕਲਿਆ। ਦਾਰਾ ਸ਼ਿਕੋ ਕੀਰਤਪੁਰ ਮੈਂ ਡੇਰਾ ਛਾਇਓ, ਜਦੋਂ ਕੀਰਤਪੁਰ ਡੇਰਾ ਲਾਇਆ, ਉਹਨੇ ਪੁੱਛਿਆ ਕਿੱਥੇ ਆ ਗਏ ਆ? ਤਾਂ ਦੱਸਣ ਵਾਲੇ ਨੇ ਆਖਿਆ ਗੁਰੂ ਹਰਿਰਾਏ ਸਾਹਿਬ ਦੀ ਨਗਰੀ 'ਚ ਆ ਗਏ। ਪੂਰਬ ਲੈ ਪ੍ਰਸੰਗ ਚਿਤ ਆਏ, ਉਹਨੂੰ ਪਿਛਲੀਆਂ ਸਾਰੀਆਂ ਗੱਲਾਂ ਯਾਦ ਆ ਗਈਆਂ ਕਿ ਗੁਰੂ ਸਾਹਿਬ ਨੇ ਮੈਨੂੰ ਚਿੱਠੀ ਲਿਖੀ ਸੀ, ਮੈਂ ਮਹਾਰਾਜ ਨੂੰ ਪਹਿਲਾਂ ਬੇਨਤੀ ਲਿਖ ਕੇ ਭੇਜੀ ਸੀ। ਫਿਰ ਇਹ ਵੀ ਯਾਦ ਆਇਆ ਵੀ ਉਹਨਾਂ ਦੀ ਕਿਰਪਾ ਨਾਲ ਮੇਰੀ ਜਾਨ ਬਚੀ ਸੀ। ਉਹ ਸਾਰੀਆਂ ਗੱਲਾਂ ਚੇਤੇ ਕਰਕੇ ਮਿਲਾ ਅਭੈ ਸਤਿਗੁਰ ਜਿਸ ਥਾਏ, ਚੱਲ ਕੇ ਮਿਲੀਏ ਗੁਰੂ ਸਾਹਿਬ ਨੂੰ ਤੇ ਉਹਨਾਂ ਦੇ ਦਰਸ਼ਨ ਕਰੀਏ। ਸ਼੍ਰੀ ਹਰਿ ਰਾਏ ਸਿੱਖ ਜੇ ਤਹਾਂ, ਜਿਹੜੇ ਗੁਰੂ ਸਾਹਿਬ ਦੇ ਸਿੱਖ ਉੱਥੇ ਸਨ, ਤਿਨਹਿ ਬੁਲਾਏ ਬੂਝਬੇ ਚਾਹਾ। ਉਹਨਾਂ ਨੂੰ ਬੁਲਾ ਕੇ ਦਾਰਾ ਸ਼ਿਕੋ ਨੇ ਪੁੱਛਿਆ ਕੌਣ ਦੇਸ਼ ਅਬ ਗੁਰੂ ਬਿਰਾਜੇ, ਦੱਸੋ ਬਈ ਗੁਰੂ ਸਾਹਿਬ ਕਿਹੜੇ ਦੇਸ਼ ਵਿੱਚ ਬਿਰਾਜਦੇ ਹਨ, ਕਿੱਥੇ ਹਨ ਹੁਣ? ਕਬ ਕੇ ਗਏ ਸਮੇਤ ਸਮਾਜੇ, ਤੇ ਕਦੋਂ ਦੇ ਗਏ ਹਨ ਸਮਾਜ ਸਮੇਤ? ਹਮਰੋ ਮੇਲ ਹੋਏ ਕੈ ਨਾਹੀ, ਸਾਡਾ ਉਹਨਾਂ ਨਾਲ ਮੇਲ ਹੋਵੇਗਾ ਕਿ ਨਹੀਂ ਹੋਵੇਗਾ? ਕਹੋ ਸਕਲ ਸੁਧ ਹੋਏ ਤੁਮ ਪਾਹੀ, ਤੁਹਾਨੂੰ ਪਤਾ ਹੋਣਾ ਹੈ ਗੁਰੂ ਸਾਹਿਬ ਇਸ ਵੇਲੇ ਕਿੱਥੇ ਹਨ। ਤਬ ਸਿੱਖਿਅਨ ਸਭ ਕਹਿਓ ਸੁਝਾਈ, ਤਾਂ ਸਿੱਖਾਂ ਨੇ ਹੱਥ ਜੋੜ ਕੇ ਆਖਿਆ ਬਿਤੇ ਦਿਵਸ ਕੁਛ ਗੁਰੂ ਚੜਾਈ। ਦੇਖੋ ਬਾਦਸ਼ਾਹ ਸਲਾਮਤ, ਕੁਝ ਦਿਨ ਪਹਿਲਾਂ ਹੀ ਕੁਝ ਦਿਨ ਬੀਤੇ ਹਨ, ਗੁਰੂ ਸਾਹਿਬ ਕੀਰਤਪੁਰ ਸਾਹਿਬ ਤੋਂ ਗਏ ਹਨ। ਤੀਰ ਬਿਪਾਸਾ ਗੋਇੰਦਵਾਲ, ਬਿਆਸਾ ਨਦੀ ਦੇ ਕਿਨਾਰੇ ਤੇ ਇੱਕ ਸਾਡੇ ਵੱਡੇ ਗੁਰੂਆਂ ਦੀ ਧਰਤੀ ਹੈ, ਜਿਸ ਦਾ ਨਾਮ ਸ੍ਰੀ ਗੋਇੰਦਵਾਲ ਸਾਹਿਬ ਹੈ। ਮਾਝੇ ਦੇਸ਼ ਗਏ ਗੁਰਦਿਆਲ, ਮਾਝਾ ਦੇਸ਼ ਹੈ, ਉੱਥੇ ਮਹਾਰਾਜ ਗੋਇੰਦਵਾਲ ਸਾਹਿਬ ਗਏ ਹੋਏ ਨੇ। ਆਪ ਮਿਲਨ ਕੀ ਲਾਲਸ ਧਰੋ, ਜੇ ਤੁਸੀਂ ਮਿਲਣਾ ਚਾਹੁੰਦੇ ਹੋ ਨਰ ਪ੍ਰਧਾਨ ਪਠਾਵਨ ਕਰੋ। ਤਾਂ ਆਪਣੇ ਬੰਦੇ ਭੇਜ ਦਿਓ, ਆਪਣੇ ਮੁਖੀ ਬੰਦੇ ਭੇਜੋ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਅਬ ਲਾਖਾ ਸੋ ਕਹਾ ਤੁਮਾਰੀ, ਜੋ ਤੁਹਾਡੀ ਇੱਛਾ ਜਾ ਕੇ ਦੱਸਣਗੇ, ਫਿਰ ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ ਉਸ ਤਰ੍ਹਾਂ ਕਰ ਲਿਆ ਜੇ। ਸਦ ਪਾਵਹਿ ਜਬ ਗੁਰੂ ਅਗਾਰੀ, ਜਦੋਂ ਤੁਹਾਡੀ ਬੇਨਤੀ ਗੁਰੂ ਸਾਹਿਬ ਕੋਲ ਪਹੁੰਚੇਗੀ, ਰਹਾ ਟਿਕੇ ਨਹਿ ਉਤ ਉਤ ਹੋਏ। ਜਿੱਥੇ ਵੀ ਹੋਣਗੇ ਆ ਜਾਣਗੇ, ਤੁਹਾਨੂੰ ਦਰਸ਼ਨ ਦੇਣਗੇ। ਪ੍ਰੇਮ ਆਪ ਕੋ ਪਰਖਹਿ ਸੋਏ, ਕਿਉਂਕਿ ਉਹ ਤੁਹਾਡੇ ਪ੍ਰੇਮ ਨੂੰ ਪਰਖਣਗੇ, ਜ਼ਰੂਰ ਦਰਸ਼ਨ ਦੇਣ ਆਉਣਗੇ। ਦਾਰਸ਼ ਕੋਹ ਸੁਨੀ ਸਿਖ ਬਾਣੀ, ਸਿੱਖਾਂ ਦੀ ਇਹ ਗੱਲ ਕੀਰਤਪੁਰ ਸਾਹਿਬ ਵਾਲਿਆਂ ਦੀ ਜਦੋਂ ਦਾਰਾ ਸ਼ਿਕੋ ਨੇ ਸੁਣੀ, ਕੀਨ ਸਰਾਹਨ ਨੀਕੇ ਮਾਨੀ। ਉਹਨੇ ਆਖਿਆ ਠੀਕ ਹੈ, ਸਾਨੂੰ ਗੁਰੂ ਸਾਹਿਬ ਕੋਲ ਆਪਣਾ ਬੰਦਾ ਭੇਜਣਾ ਚਾਹੀਦਾ।
ਫਿਰ ਜਿੱਥੇ ਗੁਰੂ ਸਾਹਿਬ ਕਹਿਣਗੇ ਉੱਥੇ ਜਾ ਕੇ ਸਾਨੂੰ ਗੁਰੂ ਸਾਹਿਬ ਦੇ ਦਰਸ਼ਨ ਮਿਲ ਜਾਣਗੇ। ਮੁਖੇ ਪਾਸ ਕੋ ਮਨੁੱਖ ਪਠਾਵਾ, ਉਹਨੇ ਸਾਧ ਸੰਗਤ ਜੀ ਆਪਣੇ ਮੁਖੀ ਬੰਦੇ ਭੇਜੇ ਹਨ ਸਕਲ ਹਕੀਕਤ ਕੋ ਸਮਝਾਵਾ, ਔਰ ਸਾਰੀ ਗੱਲ ਸਮਝਾ ਕੇ ਭੇਜੀ ਹੈ। ਕਿਰਪਾ ਠਾਨ ਦਰਸ਼ਨ ਇੱਕ ਬਾਰੀ, ਹੇ ਮਹਾਰਾਜ ਕਿਰਪਾ ਕਰੋ ਇੱਕ ਵਾਰੀ ਸਾਨੂੰ ਆਪਣੇ ਮੁਕੱਦਸ ਦਰਸ਼ਨ ਬਖਸ਼ੋ। ਮੁਕਹ ਦੇਹ ਲਾਲਸਾ ਧਾਰੀ, ਮੇਰੇ ਮਨ ਵਿੱਚ ਆਪ ਦੇ ਦਰਸ਼ਨਾਂ ਦੀ ਲਾਲਸਾ ਹੈ ਗੁਰੂ ਜੀ। ਤੂਰਨ ਗਮਨਿਓ ਗੁਰ ਟਿਕ ਗਇਓ, ਉਦਾਰਾ ਸ਼ਿਕੋ ਦਾ ਮੁਖੀ ਬੰਦਾ ਛੇਤੀ ਨਾਲ ਗਿਆ ਤੇ ਗੋਇੰਦਵਾਲ ਸਾਹਿਬ ਜਾ ਕੇ ਸਤਿਗੁਰੂ ਜੀ ਨੂੰ ਮਿਲਿਆ। ਸਕਲ ਪ੍ਰਸੰਗ ਸੁਨਾਵਤ ਭਇਓ, ਸਤਵੇਂ ਪਾਤਸ਼ਾਹ ਜੀ ਨੂੰ ਸਾਰੀ ਗੱਲ ਸੁਣਾਈ ਵੀ ਦਾਰਾ ਸ਼ਿਕੋ ਕੀਰਤਪੁਰ ਆਇਆ ਬੈਠਾ ਹੈ ਤੇ ਤੁਹਾਨੂੰ ਮਿਲਣਾ ਚਾਹੁੰਦਾ ਸੀ ਪਰ ਤੁਸੀਂ ਉੱਥੇ ਹੈ ਨਹੀਂ। ਉਹ ਹੁਣ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ। ਮਹਾਰਾਜ ਜੀ ਨੇ ਸਾਧ ਸੰਗਤ ਜੀ ਖੰਡੂਰ ਸਾਹਿਬ, ਗੋਇੰਦਵਾਲ ਸਾਹਿਬ, ਇਹ ਸਾਰੀ ਗੱਲ ਜਿਹੜੀ ਹੈ ਉੱਥੇ ਪਾਤਸ਼ਾਹ ਸੁਣਨਗੇ, ਫਿਰ ਬੁਲਾਉਣਗੇ, ਮਿਲਣਗੇ। ਉਹ ਜੰਗ ਦੇ ਵਿੱਚ ਵੀ ਸਤਿਗੁਰੂ ਜੀ ਥੋੜਾ ਹਿੱਸਾ ਪਾ ਦੇਣਗੇ ਕਿ ਔਰੰਗਜ਼ੇਬ ਦਾ ਦਲ ਜਦੋਂ ਆਵੇਗਾ ਬੇੜੀਆਂ ਦਾ ਪੁਲ ਮਹਾਰਾਜ ਤੋੜ ਦੇਣਗੇ। ਉੱਥੋਂ ਫਿਰ ਔਰੰਗਜ਼ੇਬ ਜਿਹੜਾ ਹੈ ਉਹ ਗੁਰੂ ਸਾਹਿਬ ਦਾ ਵਿਰੋਧੀ ਬਣ ਜਾਏਗਾ। ਇਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ।